ਆਪ ਸਭ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਸਾਡਾ ਅੱਜ ਦਾ ਅਧਿਐਨ ਬਿੰਦੂ ਨਾਮ, ਅੰਗਰੇਜ਼ੀ ਦੇ ਵਿੱਚ ਜਿਸ ਨੂੰ ਨਾਊਨ, ਹਿੰਦੀ ਦੇ ਵਿੱਚ ਸੰਗਿਆ ਕਹਿੰਦੇ ਹਨ। ਨਾਮ ਅਜਿਹਾ ਟੌਪਿਕ ਹੈ ਜਿਹੜਾ ਹਰ ਲੈਵਲ ਦੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਰਹਿੰਦਾ ਹੈ, ਚਾਹੇ ਉਹ ਅਸੀਂ 6ਵੀਂ ਜਮਾਤ ਦੀ ਗੱਲ ਕਰੀਏ ਅਤੇ ਚਾਹੇ ਅਸੀਂ ਕਿਸੇ ਪ੍ਰਤੀਯੋਗੀ ਪ੍ਰੀਖਿਆ ਦੀ ਗੱਲ ਕਰੀਏ। ਹਰੇਕ ਲੈਵਲ 'ਚ ਨਾਮ ਟੌਪਿਕ ਹੁੰਦਾ ਹੈ। ਸਾਨੂੰ ਸ਼ੁਰੂਆਤ ਵਰਨਬੋਧ ਤੋਂ ਕਰਨੀ ਚਾਹੀਦੀ ਸੀ, ਪਰ ਕੁਝ ਸਮੱਸਿਆਵਾਂ ਦੇ ਕਾਰਨ ਜਾਂ ਜਮਾਤ ਦੀ ਰੌਚਕਤਾ ਖਤਮ ਹੋਣ ਦੇ ਡਰ ਤੋਂ ਨਾਮ ਦੇ ਟੌਪਿਕ ਨੂੰ ਸ਼ੁਰੂ ਕੀਤਾ ਗਿਆ ਹੈ। ਬਾਕੀ ਟੌਪਿਕ ਜੋ ਇਸ ਤੋਂ ਪਹਿਲਾਂ ਦੇ ਹਨ ਉਹਨਾਂ ਨੂੰ ਵੀ ਅਸੀਂ ਇਸ ਤੋਂ ਬਾਅਦ ਕਰਾਂਗੇ। ਅੱਜ ਦੀ ਇਸ ਵੀਡੀਓ ਦੇ ਵਿੱਚ ਨਾਮ ਦਾ ਅਰਥ ਅਤੇ ਪਰਿਭਾਸ਼ਾ, ਨਾਮ ਦੇ ਭੇਦ, ਨਾਮ ਦੇ ਭੇਦਾਂ ਨੂੰ ਅਸੀਂ ਆਮ ਨਾਮ ਅਤੇ ਖਾਸ ਨਾਮ ਦੇ ਵਿੱਚ ਅੰਤਰ ਸਮਝਦੇ ਹੋਏ ਅੱਗੇ ਵਧਾਂਗੇ। ਨਾਮ ਸ਼ਬਦਾਂ ਦੇ ਵਿੱਚ ਵਿਕਾਰ, ਪਰਿਵਰਤਨ ਕਿੰਨਾਂ ਕਾਰਨਾਂ ਦੇ ਕਰਕੇ ਆਉਂਦਾ ਹੈ, ਉਹਨਾਂ ਦੀ ਅਸੀਂ ਗੱਲ ਕਰਾਂਗੇ। ਕਈ ਵਾਰ ਆਮ ਨਾਮ ਖਾਸ ਨਾਮ ਦੀ ਤਰ੍ਹਾਂ ਵਰਤੇ ਜਾਂਦੇ ਹਨ ਅਤੇ ਖਾਸ ਨਾਮ ਆਮ ਨਾਮ ਦੀ ਤਰ੍ਹਾਂ 'ਤੇ ਵਰਤੇ ਜਾਂਦੇ ਹਨ। ਉਹ ਕਿਹੜੇ ਉਦਾਹਰਨ ਹਨ, ਉਹਨਾਂ ਦੀ ਗੱਲ ਕਰਦੇ ਹੋਏ ਅਸੀਂ ਅਖੀਰ ਦੇ ਵਿੱਚ ਪ੍ਰੀਖਿਆਵਾਂ ਦੇ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ ਜੋ ਅੱਜ ਤੱਕ ਪੁੱਛੇ ਗਏ ਹਨ ਜਾਂ ਅੱਗੇ ਹੋਰ ਪੁੱਛੇ ਜਾਣ ਦੀ ਸੰਭਾਵਨਾ ਹੈ, ਉਹਨਾਂ ਪ੍ਰਸ਼ਨਾਂ ਦੀ ਗੱਲ ਕਰਦੇ ਹੋਏ ਅਤੇ ਸਭ ਤੋਂ ਅਖੀਰ ਦੇ ਵਿੱਚ ਸਹਾਇਕ ਕਿਤਾਬਾਂ ਦੀ ਗੱਲ ਕਰਾਂਗੇ ਜੋ ਸਾਨੂੰ ਨਾਮ ਟੌਪਿਕ ਨੂੰ ਸਮਝਣ ਦੇ ਵਿੱਚ ਸਹਾਇਤਾ ਕਰਨਗੀਆਂ। ਉਸ ਤੋਂ ਬਾਅਦ ਇੱਕ ਨਿਯਮ ਦੱਸਿਆ ਜਾਊਗਾ ਸ਼ਬਦ ਜੋੜਾਂ ਤੋਂ ਸੰਬੰਧਿਤ, ਜਿਵੇਂ ਕਿ ਹਰੇਕ ਲੈਵਲ ਦੇ ਪ੍ਰੀਖਿਆ ਦੇ ਵਿੱਚ ਸ਼ੁੱਧ ਅਸ਼ੁੱਧ ਸ਼ਬਦ ਸ਼ਾਮਿਲ ਰਹਿੰਦੇ ਹਨ। ਜੇ ਉਹ ਕਿਸੇ ਪ੍ਰੀਖਿਆ ਦੇ ਵਿੱਚ ਸ਼ਾਮਿਲ ਨਹੀਂ ਵੀ ਹੈ ਤਾਂ ਵੀ ਸਾਨੂੰ ਸ਼ੁੱਧ ਸ਼ਬਦ ਲਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਿਛਲੀ ਵਾਰ ਵੀ ਵੀਡੀਓ 'ਚ ਦੱਸਿਆ ਗਿਆ ਸੀਗਾ ਸ਼ੁੱਧ ਸ਼ਬਦ ਲਿਖਣ ਦੇ ਬਾਰੇ। ਇਸ ਵਾਰ ਵੀ ਅਖੀਰ ਦੇ ਵਿੱਚ ਇੱਕ ਨਿਯਮ ਦੱਸਿਆ ਜਾਊਗਾ ਸ਼ਬਦ ਲਿਖਣ ਦੇ ਬਾਰੇ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਾਮ ਦਾ ਅਰਥ। ਕਿਸੇ ਸੰਕਲਪ ਨੂੰ ਸਮਝਣ ਦੇ ਲਈ ਸਾਨੂੰ ਉਸਦੇ ਅਰਥ ਪਤਾ ਹੋਣੇ ਬਹੁਤ ਜ਼ਰੂਰੀ ਹੈ। ਅਸੀਂ ਬਿਨਾਂ ਅਰਥਾਂ ਤੋਂ ਜਦੋਂ ਪੜ੍ਹਦੇ ਰਹਿੰਦੇ ਹਾਂ ਤਾਂ ਉਹ ਸਾਡੇ ਕੁਛ ਪੱਲੇ ਨਹੀਂ ਪੈਂਦਾ। ਇਹੀ ਕਾਰਨ ਹੁੰਦਾ ਹੈ ਕਿ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ ਜਾਂ ਸਾਡੀ ਸਮਝ ਨਹੀਂ ਆਉਂਦਾ। ਉਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗਾ ਕਿ ਤੁਸੀਂ ਅਰਥ ਕਿੱਥੋਂ ਪਤਾ ਕਰ ਸਕਦੇ ਹੋ। ਪੰਜਾਬੀ ਪੀਡੀਆ 'ਤੇ ਬਹੁਤ ਸਾਰੇ ਸ਼ਬਦ ਅਪਡੇਟ ਕਰ ਦਿੱਤੇ ਗਏ ਹਨ। ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਜਿਵੇਂ ਕਿ ਪੰਜਾਬੀ ਪੀਡੀਆ ਨਾਮ ਦਾ ਐਪ ਵੀ ਹੈ ਅਤੇ ਗੂਗਲ 'ਤੇ ਵੀ ਇਸ ਨੂੰ ਸਰਚ ਕੀਤਾ ਜਾ ਸਕਦਾ ਹੈ। ਇਹ ਬਿਲਕੁਲ ਫ੍ਰੀ ਹੈ ਅਤੇ ਮੋਬਾਈਲ ਹਰ ਟਾਈਮ ਸਾਡੇ ਜੇਬ 'ਚ ਰਹਿੰਦਾ, ਅਸੀਂ ਕਦੋਂ ਵੀ ਇਸ ਦੀ ਵਰਤੋਂ ਕਰ ਸਕਦੇ ਹਾਂ। ਦੂਜਾ ਸਾਡੇ ਕੋਲ ਸਭ ਤੋਂ ਵੱਡਾ ਸਰੋਤ ਹੈ ਜਿਹੜਾ ਉਹ ਮਹਾਨ ਕੋਸ਼ ਹੈ। ਮਹਾਨ ਕੋਸ਼ ਭਾਸ਼ਾ ਵਿਭਾਗ ਨੇ ਦੁਆਰਾ ਛਾਪ ਦਿੱਤਾ ਹੈ। ਲਗਭਗ 350-400 ਦੇ ਨੇੜੇ ਤੁਹਾਨੂੰ ਮਿਲ ਜਾਏਗਾ। ਫਿਰ ਵੀ ਜੇ ਕੋਈ ਇੰਨਾ ਵੀ ਖਰਚਾ ਨਹੀਂ ਕਰਨਾ ਚਾਹੁੰਦਾ ਤਾਂ ਇਸ ਦੀ ਵੀ PDF ਬਣੀ ਹੋਈ ਹੈ ਜਿਹੜੀ ਕਿ ਮੋਬਾਈਲ ਦੇ ਵਿੱਚ ਹੀ ਖੁੱਲ੍ਹ ਜਾਂਦੀ ਹੈ ਅਤੇ PDF ਵੀ ਬਹੁਤ ਵਧੀਆ ਬਣਿਆ ਹੋਇਆ, 10 MB ਸਾਈਜ਼ ਹੈ ਸਾਰਾ। ਇਹਨਾਂ ਦੋਨਾਂ ਦੇ ਲਿੰਕ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਪਾ ਦਿੱਤੇ ਜਾਣਗੇ। ਪਰ ਮੇਰਾ ਇੱਕ ਸੁਝਾਅ ਹੈ ਤੁਹਾਨੂੰ ਕਿ ਜੇ ਤੁਸੀਂ ਪੰਜਾਬੀ ਅਧਿਆਪਕ ਬਣਨਾ ਚਾਹੁੰਦੇ ਹੋ ਜਾਂ ਪੰਜਾਬੀ ਨੂੰ ਕਿਸੇ ਵੀ ਲੈਵਲ 'ਤੇ ਪੜ੍ਹਨਾ ਚਾਹੁੰਦੇ ਹੋ ਤਾਂ ਮਹਾਨ ਕੋਸ਼ ਤਾਂ ਘੱਟੋ ਘੱਟ ਤੁਹਾਡੇ ਕੋਲ ਹੋਵੇ ਹੀ ਹੋਵੇ। ਮਹਾਨ ਕੋਸ਼ ਦੇ ਵਿੱਚ ਹੀ ਨਾਮ ਸ਼ਬਦ ਦਾ ਅਰਥ ਦਿੱਤਾ ਹੋਇਆ ਨਾਂ। ਬਹੁਤੇ ਸ਼ਬਦਾਂ ਦੇ ਜਦੋਂ ਸਾਨੂੰ ਅਰਥ ਸਮਝ ਆ ਜਾਂਦੇ ਹਨ ਤਾਂ ਅਸੀਂ ਉਸ ਦੇ ਬਾਰੇ ਬਹੁਤ ਕੁਝ ਸਮਝ ਜਾਂਦੇ ਹਾਂ। ਇਸ ਨਾਮ ਨੂੰ ਜੇ ਨਾਮ ਪੜ੍ਹਿਆ ਜਾਵੇ ਤਾਂ ਸਾਡੀ ਅੱਧੋਂ ਜ਼ਿਆਦਾ ਸਮੱਸਿਆ ਹੱਲ ਹੋ ਜਾਂਦੀ ਹੈ। ਪੁਰਾਣੇ ਸਮੇਂ ਦੀ ਪੰਜਾਬੀ ਦੇ ਵਿੱਚ ਇਸ ਨੂੰ ਨਾਮ ਕਿਹਾ ਜਾਂਦਾ ਸੀ ਅਤੇ ਆਧੁਨਿਕ ਪੰਜਾਬੀ ਦੇ ਵਿੱਚ ਜੇ ਇਸ ਨੂੰ ਆਪਾਂ ਨਾਮ ਕਹੀਏ ਤਾਂ ਵੀ ਸਹੀ ਹੈ। ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਨਾਮ ਸ਼ਬਦਾਂ ਦੇ ਬਾਰੇ ਸਮਝਣਾ ਚਾਹੀਏ ਤਾਂ ਮਨੁੱਖ ਦਾ ਰੋਜ਼ਾਨਾ ਦਾ ਕਾਰ ਵਿਹਾਰ ਹੈ ਜਿਹੜਾ ਉਹ ਨਾਮ ਸ਼ਬਦਾਂ ਦੇ ਨਾਲ ਹੀ ਨਿਬੜਦਾ ਹੈ। ਇਹ ਨਾਮ ਸ਼ਬਦ
ਦੋ ਤਰ੍ਹਾਂ ਦੇ ਹਨ, ਇੱਕ ਮੂਰਤ ਤੇ ਦੂਜੇ ਅਮੂਰਤ। ਇਹ ਵੰਡ ਕਿਸੇ ਵੀ ਪ੍ਰਕਾਰ ਦੇ ਸਿਲੇਬਸ ਦੇ ਵਿੱਚ ਨਹੀਂ ਹੈ, ਸਿਰਫ ਸਮਝਣ ਦੇ ਲਈ ਹੈ ਕਿ ਮਨੁੱਖ ਜਿਨ੍ਹਾਂ ਨਾਮ ਸ਼ਬਦਾਂ ਦੀ ਵਰਤੋਂ ਕਰਦਾ ਉਹ ਕਿਹੜੇ ਪ੍ਰਕਾਰ ਦੇ ਹੁੰਦੇ ਹਨ। ਮੂਰਤ ਤੋਂ ਭਾਵ ਜਿਨ੍ਹਾਂ ਦੀ ਤਸਵੀਰ ਬਣ ਸਕਦੀ ਹੈ, ਜਿਨ੍ਹਾਂ ਨੂੰ ਅਸੀਂ ਪ੍ਰਤੱਖ ਰੂਪ ਤੋਂ ਦੇਖ ਸਕਦੇ ਹਾਂ, ਜੋ ਥਾਂ ਘੇਰਦੇ ਹਨ ਤੇ ਸਥੂਲ ਹੁੰਦੇ ਹਨ। ਠੀਕ ਇਸੇ ਤਰੀਕੇ ਨਾਲ ਅਮੂਰਤ ਸ਼ਬਦ ਇਸ ਦਾ ਉਲਟ ਹੈ। ਐ ਅਗੇਤਰ ਜੁੜ ਕੇ ਬਣਿਆ ਹੋਇਆ ਹੈ, ਤੇ ਐ ਅਗੇਤਰ ਜਿਸ ਦੇ ਨਾਲ ਜੁੜ ਜਾਂਦਾ ਹੈ ਉਸ ਦੇ ਅਰਥ ਨਾਂਹਵਾਚਕ ਹੋ ਜਾਂਦੇ ਹਨ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਅਟਲ ਜੋ ਟਲਦਾ ਨਹੀਂ, ਅਮਰ ਜੋ ਮਰਦਾ ਨਹੀਂ, ਐ ਕਹਿ ਜੋ ਕਿਹਾ ਨਹੀਂ ਜਾ ਸਕਦਾ। ਯਾਨੀ ਕਿ ਨਾ ਤਾਂ ਐ ਮੂਰਤ ਨਾਮ ਹੁੰਦੇ ਆ ਜਿਹੜੇ ਉਹਨਾਂ ਦੀ ਤਸਵੀਰ ਬਣ ਸਕਦੀ ਹੈ, ਨਾ ਹੀ ਉਹਨਾਂ ਨੂੰ ਅਸੀਂ ਪ੍ਰਤੱਖ ਰੂਪ ਤੋਂ ਦੇਖ ਸਕਦੇ ਹਾਂ, ਤੇ ਇਹ ਸੂਖਮ ਹੁੰਦੇ ਹਨ, ਥਾਂ ਨਹੀਂ ਘੇਰਦੇ। ਇਹ ਹਿਰਦੇ ਦੇ ਭਾਵ ਹੁੰਦੇ ਹਨ, ਇਹਨਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਤਾਂ ਇਸ ਹਿਸਾਬ ਦੇ ਨਾਲ ਨਾਮ ਦੇ ਜਿਹੜੇ ਮੁੱਖ ਭੇਦ ਹੈ, ਹਿੰਦੀ ਦੇ ਸ਼ੁਰੂਆਤੀ ਵਿਆਕਰਨਾਂ ਦੇ ਵਿੱਚ ਨਾਮ ਦੇ ਜਿਹੜੇ ਮੁੱਖ ਭੇਦ ਹੈ ਉਹ 3 ਦਿੱਤੇ ਹੋਏ ਹਨ: ਆਮ ਨਾਮ, ਖਾਸ ਨਾਮ ਅਤੇ ਭਾਵਵਾਚਕ ਨਾਮ। ਇਹਨਾਂ ਦੇ ਵਿੱਚੋਂ ਪਹਿਲੇ 2 ਹੈ ਜਿਹੜੇ ਆਮ ਨਾਮ ਅਤੇ ਖਾਸ ਨਾਮ, ਇਹ ਮੂਰਤ ਹੁੰਦੇ ਹਨ, ਤੇ ਤੀਜੇ ਪ੍ਰਕਾਰ ਦੇ ਜਿਹੜੇ ਨਾਮ ਸ਼ਬਦ ਹਨ ਭਾਵਵਾਚਕ, ਉਹ ਅਮੂਰਤ ਹੁੰਦੇ ਹਨ, ਉਹਨਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ। ਇਹ ਅਸੀਂ ਆਪਣੀ ਤਰਫ ਤੋਂ ਹੀ ਵੰਡ ਕੀਤੀ ਹੋਈ ਹੈ ਨਾਮ ਸ਼ਬਦਾਂ ਨੂੰ ਸਮਝਣ ਦੇ ਲਈ। ਇਹ ਵੰਡ ਤੁਹਾਡੇ ਕਿਸੇ ਵੀ ਪਾਠਕ੍ਰਮ ਦੇ ਵਿੱਚ ਸ਼ਾਮਿਲ ਨਹੀਂ ਹੈ, ਇਹ ਸਿਰਫ ਸਮਝਣ ਦੇ ਲਈ ਹੈ। ਤਾਂ ਹਿੰਦੀ ਵਿਆਕਰਨਾਂ ਦੇ ਵਿੱਚ ਸ਼ੁਰੂਆਤੀ ਜਿਹੜੇ ਹਿੰਦੀ ਵਿਆਕਰਨ ਹਨ ਉਹਨਾਂ ਦੇ ਵਿੱਚ ਸਿਰਫ ਇਹ 3 ਪ੍ਰਕਾਰ ਦੇ ਨਾਮ ਦਿੱਤੇ ਹਨ। ਬਾਅਦ ਦੇ ਜਿਹੜੇ ਹਿੰਦੀ ਵਿਆਕਰਨ ਹਨ ਉਹ ਅੰਗਰੇਜ਼ੀ ਵਿਆਕਰਨਾਂ ਦੀ ਸਟਰਕਚਰ, ਉਹਨਾਂ ਦੇ ਢਾਂਚੇ ਤੋਂ ਪ੍ਰਭਾਵਿਤ ਹਨ, ਤੇ ਬਾਅਦ ਵਾਲੇ ਹਿੰਦੀ ਵਿਆਕਰਨਾਂ ਦੇ ਵਿੱਚ ਨਾਮ ਦੇ ਜਿਹੜੇ ਭੇਦ ਹਨ ਉਹ 5 ਹੀ ਦਿੱਤੇ ਹੋਏ ਹਨ। ਸਾਨੂੰ ਜੇਕਰ ਕੋਈ ਪੁੱਛੇ ਕਿ ਨਾਮ ਦੇ ਭੇਦ ਕਿੰਨੇ ਹਨ, ਨਾਮ ਦੇ ਭੇਦ 5 ਹੀ ਹਨ। ਹਿੰਦੀ ਵਿਆਕਰਨਾਂ ਦੇ ਵਿੱਚ ਵੀ 5 ਹਨ, ਤੇ ਪੰਜਾਬੀ ਵਿਆਕਰਨ ਦੇ ਵੀ ਜਿਹੜੇ ਨਾਮ ਦੇ ਭੇਦ ਹਨ ਉਹ 5 ਹੀ ਹਨ। ਅਸੀਂ ਇੱਥੇ ਇਹਨਾਂ ਨੂੰ 3 ਤੇ 5 ਦੇ ਵਿੱਚ ਕਿਉਂ ਵੰਡ ਰਹੇ ਹਾਂ? ਕਿਉਂਕਿ ਚੌਥਾ ਤੇ 5ਵਾਂ ਭੇਦ ਜੋ ਹੈ ਵਸਤੂਵਾਚਕ ਪਦਾਰਥਵਾਚਕ ਨਾਮ ਹੈ ਜਿਹੜੇ, ਤੇ ਲਾਸਟ ਵਨ ਇਕੱਠਵਾਚਕ ਨਾਮ, ਇਹ ਆਪਣੇ ਮੁੱਢਲੇ ਰੂਪ ਦੇ ਵਿੱਚ ਆਮ ਨਾਮ ਦੇ ਹੀ ਹਿੱਸੇ ਹਨ, ਜਾਂ ਕਹਿ ਲਈਏ ਕਿ ਆਮ ਨਾਮ ਦੇ ਹੀ 2 ਉਪਭੇਦ ਹਨ। ਤਾਂ ਕਈ ਵਾਰ ਉਦਾਹਰਨ ਇਹੋ ਜਿਹਾ ਆ ਜਾਂਦਾ ਹੈ ਪਦਾਰਥਵਾਚਕ ਜਾਂ ਵਸਤੂਵਾਚਕ ਨਾਮ ਦਾ ਕਿ ਉਹ ਆਮ ਨਾਮ ਦੀ ਸ਼੍ਰੇਣੀ ਦੇ ਵਿੱਚ ਵੀ ਗਿਣਿਆ ਜਾ ਸਕਦਾ ਹੈ। ਇਹ ਤੁਹਾਨੂੰ ਕਿਉਂ ਦੱਸਿਆ ਗਿਆ? ਕਿਉਂਕਿ ਬਾਅਦ ਦੇ ਵਿੱਚ ਇਹ ਸਮੱਸਿਆਵਾਂ ਆਉਣਗੀਆਂ। ਤਾਂ ਇਹੋ ਜਿਹਾ ਤਾਂ ਕੋਈ ਕਾਰਨ ਨਹੀਂ ਹੈ ਕਿ ਅਸੀਂ ਇਹਨਾਂ ਨੂੰ 3 ਜਾਂ 5 ਮੰਨੀਏ। ਸਾਡੇ ਲਈ ਇਹ ਗੱਲ ਤਾਂ ਬਿਲਕੁਲ ਸਪਸ਼ਟ ਸਾਫ਼ ਹੈ ਕਿ ਅਸੀਂ ਨਾਮ ਦੇ ਭੇਦ 5 ਹੀ ਮੰਨੇ ਹਨ, 5 ਹੀ ਹਨ। ਆਮ ਨਾਮ ਦੇ ਹੀ 2 ਉਪਭੇਦ ਹਨ, ਵਸਤੂਵਾਚਕ ਜਾਂ ਪਦਾਰਥਵਾਚਕ ਨਾਮ ਕਹਿ ਦਿੰਦੇ ਆ ਜਿਨ੍ਹਾਂ ਨੂੰ, ਤੇ ਇੱਕ ਇਕੱਠਵਾਚਕ ਨਾਮ। ਇਹ ਆਪਣੇ ਮੁੱਢਲੇ ਰੂਪ 'ਚ ਆਮ ਨਾਮ ਦੇ ਹੀ ਰੂਪ ਦੇ ਵਿੱਚ ਹੁੰਦੇ ਹਨ, ਇਸ ਲਈ ਇਹਨਾਂ ਨੂੰ ਇੱਥੇ ਕਲੀਅਰ ਕੀਤਾ ਗਿਆ। ਬਾਕੀ ਹੋਰ ਜਦੋਂ ਅਸੀਂ ਨਾਮ ਦੇ ਸਾਰੇ ਭੇਦ ਸਮਝ ਲਾਂਗੇ ਤਾਂ ਇਹਨਾਂ ਦਾ ਆਪਸ ਵਿੱਚ ਇੱਕ ਦੂਜੇ ਦੇ ਨਾਲ ਕੀ ਸੰਬੰਧ ਜੁੜਦਾ ਹੈ ਉਸ ਦੀ ਗੱਲ ਅਸੀਂ ਫਿਰ ਦੁਬਾਰਾ ਤੋਂ ਉੱਥੇ ਕਰ ਲਵਾਂਗੇ। ਨਾਮ ਦੀ ਪਰਿਭਾਸ਼ਾ। ਨਾਮ ਦੀ ਪਰਿਭਾਸ਼ਾ ਇਸ ਦੇ ਨਾਮ 'ਚ ਹੀ ਹੈ। ਨਾਮ ਸ਼ਬਦ ਨੂੰ ਅਸੀਂ ਸਿਰਫ ਨਾਮ ਸਮਝ ਲਈਏ। ਨਾਮ ਮਨੁੱਖ ਨੇ ਆਪਣੇ ਰੋਜ਼ ਦੇ ਕਾਰ ਵਿਹਾਰ ਨੂੰ ਸੌਖੇ ਤਰੀਕੇ ਦੇ ਨਾਲ ਨਿਬੇੜਨ ਦੇ ਲਈ ਚੀਜ਼ਾਂ ਦੇ, ਵਸਤੂਆਂ ਦੇ ਨਾਮ ਰੱਖੇ ਹੋਏ ਹਨ। ਜਿਵੇਂ ਇਸ ਸਮੇਂ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਹਾਡੇ ਕੋਲੇ ਜੋ ਡਿਵਾਈਸ ਹੈ ਉਸ ਦਾ ਨਾਮਕਰਨ ਅਸੀਂ ਮੋਬਾਈਲ ਰੱਖਿਆ ਹੋਇਆ ਹੈ। ਨਾਲ ਨਾਲ ਅਸੀਂ ਜੇ ਨੋਟਸ ਲਿਖ ਰਹੇ ਹਾਂ ਤਾਂ ਸਾਡੇ ਕੋਲ ਪੈਨ, ਕਾਪੀ ਇਸ ਤਰ੍ਹਾਂ ਹੈ। ਚੀਜ਼ਾਂ ਦੇ ਜੋ ਨਾਮ ਰੱਖੇ ਹੋਏ ਹਨ ਉਹੀ ਨਾਮ ਹਨ।
ਵਿਆਕਰਨਾਂ ਦੇ ਵਿੱਚ ਅਸੀਂ ਸ਼ੁਰੂ ਤੋਂ ਪਰਿਭਾਸ਼ਾ ਪੜ੍ਹਦੇ ਆਉਂਦੇ ਹਾਂ। ਕਿਸੇ ਵਿਅਕਤੀ, ਵਸਤੂ, ਸਥਾਨ, ਭਾਵ ਦੇ ਨਾਂ ਨੂੰ ਨਾਮ ਕਹਿੰਦੇ ਹਨ। ਬਸ ਸਿਰਫ ਇੰਨਾ ਸਮਝਣਾ ਹੈ ਕਿ ਨਾਮ ਦਾ ਜਿਹੜਾ ਇੱਕ ਪਰਿਆਇਵਾਚੀ ਸਮਰਥ ਸ਼ਬਦ ਨਾਮ ਵੀ ਹੈ, ਇਸੇ 'ਚ ਹੀ ਇਸ ਦੀ ਪਰਿਭਾਸ਼ਾ ਹੈ। ਉਸ ਤੋਂ ਬਾਅਦ ਅਸੀਂ ਨਾਮ ਸ਼ਬਦਾਂ ਦੇ ਭੇਦਾਂ ਦੀ ਗੱਲ ਕਰਦੇ ਹਾਂ, ਅਤੇ ਆਮ ਨਾਮ ਅਤੇ ਖਾਸ ਨਾਮ ਨੂੰ ਸਮਝਣ ਦੇ ਲਈ ਅਸੀਂ ਦੋਨਾਂ ਦੇ ਵਿੱਚ ਅੰਤਰ ਕਰਦੇ ਹੋਏ ਦੋਨਾਂ ਨੂੰ ਪੜ੍ਹਾਂਗੇ। ਇੱਕ ਸਾਈਡ ਦੇ ਵਿੱਚ ਕਾਲੇ ਰੰਗ ਦੇ ਵਿੱਚ ਆਮ ਨਾਮ ਲਿਖੇ ਹੋਏ ਹਨ ਅਤੇ ਦੂਜੇ ਪਾਸੇ ਲਾਲ ਰੰਗ ਦੇ ਵਿੱਚ ਖਾਸ ਨਾਮ ਦੇ ਬਾਰੇ ਲਿਖਿਆ ਹੋਇਆ ਹੈ। ਦੋਨਾਂ ਦੇ ਵਿੱਚ ਅੰਤਰ ਕਰਦੇ ਹੋਏ ਅਸੀਂ ਅੱਗੇ ਵਧਾਂਗੇ। ਆਮ ਨਾਮ ਜਾਤੀਵਾਚਕ ਨਾਮ ਜਿਹੜੇ ਹੁੰਦੇ ਹਨ, ਆਪਣੀ ਸ਼੍ਰੇਣੀ ਵਿੱਚ ਬਹੁਤ ਸਾਰੇ ਹੁੰਦੇ ਹਨ। ਇਸ ਦੇ ਉਲਟ ਖਾਸ ਨਾਮ ਆਪਣੇ ਵਰਗੇ ਸਿਰਫ ਆਪ ਹੀ ਹੁੰਦੇ ਹਨ। ਜਦੋਂ ਅਸੀਂ ਕਹਿ ਲੈਂਦੇ ਹਾਂ ਮਨੁੱਖ, ਤਾਂ ਮਨੁੱਖ ਬਹੁਤ ਸਾਰੇ ਹਨ ਆਪਣੀ ਸ਼੍ਰੇਣੀ ਦੇ ਵਿੱਚ। ਇਸੇ ਤਰੀਕੇ ਦੇ ਨਾਲ ਅਸੀਂ ਨਦੀ ਕਹਿ ਦਈਏ ਤਾਂ ਬਹੁਤ ਸਾਰੀਆਂ ਨਦੀਆਂ ਹਨ। ਕਿਸੇ ਜਾਨਵਰ ਦਾ, ਕਿਸੇ ਪੰਛੀ ਦਾ ਆਪਾਂ ਨਾਮ ਲਿਖ ਲਈਏ ਤਾਂ ਆਪਣੀ ਸ਼੍ਰੇਣੀ ਦੇ ਵਿੱਚ ਬਹੁਤ ਸਾਰੇ ਹੁੰਦੇ ਹਨ। ਜਿਵੇਂ ਅਸੀਂ ਕੁੱਤਾ ਕਹਿ ਦਈਏ। ਠੀਕ ਇਸ ਦੇ ਉਲਟ ਖਾਸ ਨਾਮ ਆਪਣੇ ਵਰਗੇ ਆਪ ਹੀ ਹੁੰਦੇ ਹਨ, ਉਹਨਾਂ ਵਰਗਾ ਕੋਈ ਹੋਰ ਨਹੀਂ ਹੁੰਦਾ। ਆਮ ਨਾਮ ਦਾ ਜਦੋਂ ਇੱਕ ਵਿਸ਼ੇਸ਼ ਨਾਮ ਰੱਖ ਦਿੱਤਾ ਜਾਂਦਾ ਹੈ ਤਾਂ ਉਹ ਖਾਸ ਨਾਮ ਦਾ ਰੂਪ ਧਾਰਨ ਕਰ ਲੈਂਦਾ ਹੈ। ਜਿਵੇਂ ਅਸੀਂ ਮਨੁੱਖ ਕਿਹਾ ਸੀ, ਮਨੁੱਖ ਦੀ ਥਾਂ 'ਤੇ ਅਸੀਂ ਕਹੀਏ ਰਾਮ, ਭਗਤ ਸਿੰਘ, ਤਾਂ ਉਹ ਆਪਣੇ ਵਰਗੇ ਆਪ ਹੀ ਹਨ, ਉਹਨਾਂ ਵਰਗਾ ਕੋਈ ਹੋਰ ਨਹੀਂ ਹੈ। ਇਹ ਦੋਨਾਂ ਦੇ ਵਿੱਚ ਇੱਕ ਬਹੁਤ ਵੱਡਾ ਅੰਤਰ ਹੈ। ਦੂਜਾ ਜਿਹੜਾ ਭੇਦ ਹੈ ਆਮ ਨਾਮ ਅਤੇ ਖਾਸ ਨਾਮ ਦੇ ਵਿੱਚ, ਆਮ ਨਾਮ ਦਾ ਵਰਗੀਕਰਨ ਕੀਤਾ ਜਾ ਸਕਦਾ ਹੈ, ਉਸਦੀ ਵੰਡ ਕੀਤੀ ਜਾ ਸਕਦੀ ਹੈ, ਜਦੋਂ ਕਿ ਖਾਸ ਨਾਮ ਦਾ ਵਰਗੀਕਰਨ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿ ਆਏ ਹਾਂ ਕਿ ਉਹ ਆਪਣੇ ਵਰਗੇ ਆਪ ਹੀ ਹੁੰਦੇ ਹਨ, ਤਾਂ ਫਿਰ ਉਹਨਾਂ ਦੀ ਵੰਡ ਜਾਂ ਵਰਗੀਕਰਨ ਸੰਭਵ ਹੀ ਨਹੀਂ ਹੋ ਸਕਦਾ। ਜਦੋਂ ਉਹ ਹੁੰਦੇ ਹੀ ਆਪਣੇ ਵਰਗੇ ਆਪ ਹੀ ਹਨ ਤਾਂ ਉਹਨਾਂ ਦਾ ਵਰਗੀਕਰਨ ਵੀ ਸੰਭਵ ਨਹੀਂ ਹੈ। ਇਸ ਆਮ ਨਾਮ ਆਪਣੇ ਇੱਕ ਵਚਨ ਅਤੇ ਬਹੁਵਚਨ ਦੋਵਾਂ ਰੂਪਾਂ ਦੇ ਵਿੱਚ ਵਰਤੇ ਜਾਂਦੇ ਹਨ। ਕਹਿਣ ਤੋਂ ਭਾਵ ਕਿ ਆਮ ਨਾਮ ਇੱਕ ਵਚਨ ਰੂਪ ਦੇ ਵਿੱਚ ਵੀ ਵਰਤਿਆ ਜਾ ਸਕਦਾ ਹੈ। ਜਿਵੇਂ ਅਸੀਂ ਕੁੱਤਾ ਕਹਿੰਦੇ ਹਾਂ ਤਾਂ ਕੁੱਤੇ ਇਸ ਦਾ ਬਹੁਵਚਨ ਹੋ ਗਿਆ। ਮੁੰਡਾ ਕਹਿੰਦੇ ਹਾਂ, ਇਸ ਦਾ ਬਹੁਵਚਨ ਰੂਪ ਮੁੰਡੇ ਹੋ ਗਿਆ। ਇਸ ਤਰੀਕੇ ਨਾਲ ਪਹਾੜ ਦਾ ਬਹੁਵਚਨ ਰੂਪ ਵੀ ਪਹਾੜ ਹੀ ਰਹੂਗਾ। ਉਹ ਵਚਨ ਬਦਲਣ ਦੇ ਕੁਛ ਨਿਯਮ ਹਨ। ਪਹਾੜ ਦਾ ਬਹੁਵਚਨ ਰੂਪ ਵੀ ਪਹਾੜ ਹੀ ਕਿਉਂ ਹੈ, ਉਸ ਦੀ ਗੱਲ ਅਸੀਂ ਵਚਨ ਦੇ ਵਿੱਚ ਜਾ ਕੇ ਕਰਾਂਗੇ। ਕੁਛ ਪੁਲਿੰਗ ਸ਼ਬਦ ਆਪਣੇ ਉਸੇ ਰੂਪ ਦੇ ਵਿੱਚ ਹੀ ਬਹੁਵਚਨ ਰੂਪ ਵਿੱਚ ਵੀ ਵਰਤੇ ਜਾਂਦੇ ਹਨ। ਨਦੀ ਇੱਕ ਵਚਨ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈ ਅਤੇ ਬਹੁਵਚਨ ਰੂਪ ਦੇ ਵਿੱਚ ਵੀ ਨਦੀਆਂ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਪਰ ਖਾਸ ਨਾਮ, ਜਦੋਂ ਅਸੀਂ ਪਹਿਲਾਂ ਇਹ ਗੱਲ ਕਹਿ ਚੁੱਕੇ ਹਾਂ ਕਿ ਆਪਣੇ ਵਰਗੇ ਆਪ ਹੀ ਹੁੰਦੇ ਹਨ, ਉਹਨਾਂ ਦਾ ਕੋਈ ਵਰਗੀਕਰਨ ਨਹੀਂ ਕੀਤਾ ਜਾ ਸਕਦਾ, ਉਹਨਾਂ ਵਰਗਾ ਕੋਈ ਦੂਜਾ ਹੁੰਦਾ ਹੀ ਨਹੀਂ, ਤਾਂ ਉਸ ਦਾ ਬਹੁਵਚਨ ਰੂਪ ਬਣਾਉਣਾ ਸੰਭਵ ਹੀ ਨਹੀਂ ਹੁੰਦਾ। ਪਰ ਫਿਰ ਵੀ ਕਿਸੇ ਪ੍ਰਸੰਗ ਵਿਸ਼ੇਸ਼ ਦੇ ਅਨੁਸਾਰ ਕਿਸੇ ਵਿਸ਼ੇਸ਼ ਵਾਕ ਦੇ ਵਿੱਚ ਬਹੁਵਚਨ ਬਣਾ ਕੇ ਵਰਤੋਂ ਕੀਤੀ ਜਾਂਦੀ ਹੈ ਤਾਂ ਉਦੋਂ ਉਹ ਖਾਸ ਨਾਮ ਨਹੀਂ ਰਹਿੰਦੇ, ਉਹ ਆਮ ਨਾਮ ਦੇ ਵਿੱਚ ਬਦਲ ਜਾਂਦੇ ਹਨ। ਇਹ ਕਿਵੇਂ ਬਦਲਦੇ ਹਨ, ਇਸ ਦੀ ਗੱਲ ਅੱਗੇ ਚੱਲ ਕੇ ਇਸੇ ਵੀਡੀਓ ਦੇ ਵਿੱਚ ਅਸੀਂ ਕਰਾਂਗੇ। ਆਮ ਨਾਮ ਅਰਥਵਾਨ ਹੁੰਦੇ ਹਨ। ਕਹਿਣ ਤੋਂ ਭਾਵ ਕਿ ਉਹਨਾਂ ਦਾ ਕੋਸ਼ ਵਿੱਚ ਇੱਕ ਅਰਥ ਦਿੱਤਾ ਹੋਇਆ ਹੁੰਦਾ ਹੈ, ਉਸੇ ਦੇ ਅਨੁਰੂਪ ਹੀ ਉਹਨਾਂ ਦੀ ਪਛਾਣ ਕੀਤੀ ਜਾਂਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕੁੱਤਾ, ਤਾਂ ਕੁੱਤੇ ਦੇ ਕੋਸ਼ ਦੇ ਵਿੱਚ ਅਰਥ ਦਿੱਤੇ ਹੋਏ ਹਨ, ਉਸ ਦੇ ਆਧਾਰ 'ਤੇ ਪਛਾਣ ਕਰਾਂਗੇ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਪਹਾੜ ਕਹਿੰਦੇ ਹਾਂ ਤਾਂ ਪਹਾੜ ਤੋਂ ਭਾਵ ਹੁੰਦਾ ਹੈ ਕਿ ਜ਼ਮੀਨ ਤੋਂ ਉੱਚੀ ਉੱਠੀ ਹੋਈ ਥਾਂ,
ਉਸ ਨੂੰ ਅਸੀਂ ਪਹਾੜ ਕਹਿੰਦੇ ਹਾਂ, ਪੱਥਰੀਲੀ ਥਾਂ। ਇਸ ਦੇ ਆਧਾਰ 'ਤੇ ਹੀ ਇਹਨਾਂ ਨੂੰ ਅਰਥਵਾਨ ਕਿਹਾ ਜਾਂਦਾ ਹੈ। ਜਿਵੇਂ ਅਸੀਂ ਕਹਿ ਲਈਏ ਸਾਧੂ, ਤਾਂ ਸਾਧੂ ਦੇ ਕੁਝ ਲੱਛਣ ਹੁੰਦੇ ਹਨ, ਅਗਰ ਉਸ ਦੇ ਵਿੱਚ ਉਹ ਹੋਣਗੇ ਲੱਛਣ ਤਾਂ ਫਿਰ ਹੀ ਉਸ ਨੂੰ ਸਾਧੂ ਕਿਹਾ ਜਾਊਗਾ। ਅਰਥਵਾਨ ਹੋਣ ਤੋਂ ਭਾਵ ਇਹ ਵੀ ਹੈ ਕਿ ਅਸੀਂ ਪਹਾੜ ਨੂੰ ਨਦੀ ਨਹੀਂ ਕਹਿ ਸਕਦੇ, ਨਦੀ ਨੂੰ ਪਹਾੜ ਨਹੀਂ ਕਹਿ ਸਕਦੇ। ਇੱਕ ਦੂਜੇ ਦੇ ਥਾਂ 'ਤੇ ਬਦਲ ਕੇ ਅਸੀਂ ਇਸ ਨੂੰ, ਇਹਨਾਂ ਨਾਮ ਸ਼ਬਦਾਂ ਨੂੰ ਵਰਤ ਨਹੀਂ ਸਕਦੇ। ਠੀਕ ਇਸ ਦੇ ਉਲਟ ਖਾਸ ਨਾਮ ਅਰਥਹੀਨ ਹੁੰਦੇ ਹਨ। ਉਹਨਾਂ ਦਾ ਕੋਈ ਅਰਥ ਤਾਂ ਹੁੰਦਾ ਹੈ, ਪਰ ਉਹਨਾਂ ਦਾ ਆਪਣੇ ਨਾਮ ਦੇ ਅਨੁਰੂਪ ਵਿਵਹਾਰ ਕਰਨਾ, ਆਪਣੇ ਨਾਮ ਦੇ ਅਨੁਰੂਪ ਹੀ ਕੰਮ ਦਾ ਹੋਣਾ ਕੋਈ ਜ਼ਰੂਰੀ ਨਹੀਂ ਹੁੰਦਾ। ਕੋਈ ਵੀ ਆਪਣਾ ਨਾਮ ਕੁਛ ਵੀ ਰੱਖ ਸਕਦਾ ਹੈ। ਜਿਵੇਂ ਕੁੱਤੇ ਤੋਂ ਡਰਨ ਵਾਲਾ ਬੰਦਾ ਵੀ ਆਪਣਾ ਨਾਮ ਬਹਾਦਰ ਸਿੰਘ ਰੱਖ ਸਕਦਾ ਹੈ, ਸ਼ੇਰ ਸਿੰਘ ਰੱਖ ਸਕਦਾ ਹੈ। ਇਸ ਦੇ ਲਈ ਮੈਂ ਤੁਹਾਨੂੰ ਇੱਕ ਹਾਸਰਸ ਕਵਿਤਾ ਸੁਣਾਉਣਾ ਹਾਂ, ਛੋਟੀ ਜੀ। ਧਨੀ ਰਾਮ ਦੇ ਹੱਥ ਵਿੱਚ ਠੂਠਾ, ਵਿਦਿਆ ਦੇਵੀ ਲਾਵੇ ਗੂਠਾ। ਹੁਣ ਦੇਖੋ, ਬਿਨਾਂ ਧਨ ਤੋਂ ਵੀ ਬੰਦਾ, ਧਨਹੀਨ ਬੰਦਾ ਵੀ ਆਪਣਾ ਨਾਮ ਧਨੀ ਰਾਮ ਰੱਖ ਸਕਦਾ ਹੈ। ਅਨਪੜ੍ਹ ਔਰਤ ਦਾ ਨਾਮ ਵੀ ਵਿਦਿਆ ਦੇਵੀ ਹੋ ਸਕਦਾ ਹੈ, ਜੋ ਕਿ ਗੂਠਾ ਲਾਉਂਦੀ ਹੈ। ਤਾਂ ਆਪਣੇ ਨਾਮ ਦੇ ਅਨੁਰੂਪ ਕੰਮ ਦਾ ਹੋਣਾ ਇੱਥੇ ਜ਼ਰੂਰੀ ਨਹੀਂ ਹੈ। ਅੱਖਾਂ ਤੋਂ ਅੰਨੀ ਨਾ ਨੂਰ ਭਰੀ, ਤਾਂ ਜ਼ਰੂਰੀ ਨਹੀਂ ਕਿ ਨੂਰ ਭਰੀ ਜੀ ਦਾ ਨਾਮ ਹੈ ਉਸਦੀ ਨਜ਼ਰ ਵੀ ਹੋਵੇ। ਇਸ ਤੋਂ ਛੁੱਟ ਖਾਸ ਨਾਵਾਂ ਦੀ ਨਾਮ ਬਦਲੀ ਕੀਤੀ ਜਾ ਸਕਦੀ ਹੈ। ਅਸੀਂ ਆਮ ਹੀ ਦੇਖਦੇ ਹਾਂ ਕਿ ਲੋਕ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਕੇ ਆਪਣਾ ਨਾਮ ਬਦਲ ਲੈਂਦੇ ਹਨ ਕਿ ਮੈਂ ਫਲਾਨਾ ਸਿੰਘ ਆਪਣਾ ਨਾਮ ਬਦਲ ਕੇ ਆ ਰੱਖਦਾ ਹਾਂ। ਜਾਂ ਅਸੀਂ ਦੇਖਦੇ ਹਾਂ ਕਿ ਕਿਸੇ ਪਿੰਡ ਸ਼ਹਿਰ ਦਾ ਨਾਮ ਕਿਸੇ ਵਿਸ਼ੇਸ਼ ਕਾਰਨ ਦੇ ਕਾਰਨ ਬਦਲ ਦਿੱਤਾ ਜਾਂਦਾ ਕਿ ਅੱਜ ਤੋਂ ਇਸ ਪਿੰਡ ਨੂੰ ਇਸ ਨਾਮ ਤੋਂ ਜਾਣਿਆ ਜਾਊਗਾ। ਅਸੀਂ ਪਿਛਲੇ ਸਮੇਂ 'ਚ ਬਹੁਤ ਸਾਰੇ ਦੇਖਿਆ ਕਿ ਬੈਂਕਾਂ ਦੇ ਨਾਮ ਬਦਲ ਦਿੱਤੇ ਗਏ ਕਿ ਇਸ ਬੈਂਕ ਨੂੰ ਇਸ ਬੈਂਕ ਦੇ ਵਿੱਚ ਮਿਲਾ ਦਿੱਤਾ ਗਿਆ ਹੈ, ਅੱਜ ਤੋਂ ਇਸ ਬੈਂਕ ਨੂੰ ਇਸ ਨਾਮ ਤੋਂ ਜਾਣਿਆ ਜਾਊਗਾ। ਇਸ ਤੋਂ ਵੀ ਵੱਧ ਪੁਰਾਣੇ ਸਮਿਆਂ ਦੇ ਵਿੱਚ ਤਾਂ ਇਹ ਰਿਵਾਜ਼ ਸੀ ਕਿ ਜਦੋਂ ਇੱਕ ਕੁੜੀ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਸੀ ਤਾਂ ਉਸਦਾ ਇੱਕ ਨਾਮ ਬਦਲ ਕੇ ਰੱਖਿਆ ਜਾਂਦਾ ਸੀਗਾ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਖਾਸ ਨਾਮ ਹੈ ਜਿਹੜੇ ਉਹ ਬਦਲੇ ਜਾ ਸਕਦੇ ਹਨ। ਜਿਹੜੇ ਆਮ ਨਾਮ ਹਨ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਦੇ ਅਰਥ ਨਿਸ਼ਚਿਤ ਹੋਏ ਹੁੰਦੇ ਹਨ। ਇੱਕ ਨਦੀ ਨੂੰ ਅਸੀਂ ਪਹਾੜ ਨਹੀਂ ਕਹਿ ਸਕਦੇ, ਪਹਾੜ ਨੂੰ ਅਸੀਂ ਨਦੀ ਨਹੀਂ ਕਹਿ ਸਕਦੇ, ਨਦੀ ਨੂੰ ਪਹਾੜ ਨਹੀਂ ਕਹਿ ਸਕਦੇ। ਆਮ ਨਾਵਾਂ ਦੀ ਪਛਾਣ ਲੱਛਣਾਂ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ। ਅਸੀਂ ਕੋਈ ਵੀ ਆਮ ਨਾਮ ਜਿਸ ਨੂੰ ਪਹਿਲਾਂ ਦੇਖਿਆ ਹੋਇਆ ਹੈ ਉਸ ਦੇ ਪੂਰਵ ਨਿਰਧਾਰਿਤ ਲੱਛਣਾਂ ਦੇ ਅਨੁਸਾਰ ਅਸੀਂ ਉਸੇ ਦੇ ਆਧਾਰ 'ਤੇ ਦੂਜੇ ਨਾਮ ਨੂੰ, ਉਸੇ ਸ਼੍ਰੇਣੀ ਦੇ ਦੂਜੇ ਨਾਮ ਨੂੰ ਪਛਾਣ ਸਕਦੇ ਹਾਂ। ਜਿਵੇਂ ਕਿ ਅਸੀਂ ਕੁੱਤਾ ਦੇਖਿਆ ਹੋਇਆ ਤਾਂ ਇੱਕ ਕੁੱਤੇ ਨੂੰ ਦੇਖ ਕੇ ਅਸੀਂ ਉਸ ਦੇ ਜੋ ਸਰੀਰਕ ਬਣਾਵਟ ਹੈ, 4 ਲੱਤਾਂ, ਪੂਛ, ਉਸ ਦੇ ਆਧਾਰ 'ਤੇ ਦੂਜੇ ਕੁੱਤੇ ਨੂੰ ਪਛਾਣ ਸਕਦੇ ਹਾਂ। ਅਸੀਂ ਜੇ ਇੱਕ ਕਿਤਾਬ ਦੇਖੀ ਹੋਈ ਹੈ ਤਾਂ ਕਿਤਾਬ ਦੇ ਆਧਾਰ 'ਤੇ ਦੂਜੀ ਕਿਤਾਬ ਨੂੰ ਦੇਖ ਸਕਦੇ ਹਾਂ। ਪੈਨ ਦੀ ਬਣਾਵਟ ਅਸੀਂ ਦੇਖੀ ਹੋਈ ਹੈ ਤਾਂ ਉਸ ਪੈਨ ਦੇ ਆਧਾਰ 'ਤੇ ਅਸੀਂ ਦੂਜੇ ਪੈਨ ਦੀ ਪਛਾਣ ਕਰ ਸਕਦੇ ਹਾਂ। ਠੀਕ ਇਸ ਦੇ ਉਲਟ ਖਾਸ ਨਾਮ, ਕਿਉਂਕਿ ਜਦੋਂ ਆਪਣੇ ਵਰਗੇ ਆਪ ਹੀ ਹੁੰਦੇ ਹਨ, ਇਕੱਲੇ ਇਕੱਲੇ ਖਾਸ ਨਾਮ ਦੀ ਪਛਾਣ ਜ਼ਰੂਰੀ ਹੈ, ਪਹਿਲਾਂ ਤੋਂ ਹੋਣੀ। ਅਗਰ ਜੇ ਪਹਿਲਾਂ ਤੋਂ ਪਛਾਣ ਨਹੀਂ ਹੈ ਤਾਂ ਅਸੀਂ ਉਸ ਦਾ ਸਹੀ ਨਾਮ ਨਹੀਂ ਪਛਾਣ ਪਾਵਾਂਗੇ। ਇਸ ਨੂੰ ਅਸੀਂ ਇੱਕ ਉਦਾਹਰਨ ਦੇ ਰਾਹੀਂ ਸਮਝਦੇ ਹਾਂ ਕਿ ਜਦੋਂ ਅਸੀਂ ਘਰੇ ਨਹੀਂ ਹੁੰਦੇ ਤਾਂ ਸਾਡਾ ਦੋਸਤ ਸਾਨੂੰ ਕੋਈ ਮਿਲਣ ਲਈ ਆਉਂਦਾ ਹੈ। ਸਾਡੇ ਘਰ ਦੇ ਸਾਨੂੰ ਘਰੇ ਗਿਆ ਨੂੰ ਦੱਸਦੇ ਹਨ ਕਿ ਤੇਰਾ ਫਲਾਨਾ ਸਿੰਘ ਦੋਸਤ ਆਇਆ ਸੀਗਾ। ਜੇ ਉਸ ਨੂੰ ਉਹ ਜਾਣਦੇ ਹੈ, ਖਾਸ ਨਾਮ ਮੰਨ ਕੇ ਚੱਲੋ ਕਿ ਸਾਨੂੰ ਮਿਲਣ ਆਇਆ ਸੀਗਾ ਰਾਮ, ਤਾਂ ਉਹ ਕਹਿਣਗੇ ਕਿ ਰਾਮ ਤੈਨੂੰ ਮਿਲਣ ਆਇਆ ਸੀਗਾ। ਖਾਸ ਨਾਮ ਹੈ, ਉਸ ਦੀ ਪੂਰਵ ਪਛਾਣ ਉਹਨਾਂ ਨੂੰ ਹੈ ਕਿ ਇਸ ਮੁੰਡੇ ਦਾ ਨਾਮ ਰਾਮ ਹੈ। ਹੁਣ ਮੰਨ ਕੇ ਚੱਲੋ ਕਿ ਸਾਡਾ ਉਹ ਦੋਸਤ ਜਿਹਨੂੰ ਸਾਡੇ ਘਰ ਦੇ ਨਹੀਂ ਜਾਣਦੇ ਉਹ ਮਿਲਣ ਆਇਆ, ਤਾਂ ਸਾਡੇ ਘਰ ਦੇ ਸਾਨੂੰ ਸਿਰਫ ਇੰਨਾ ਮੈਸੇਜ ਦੇਣਗੇ ਕਿ ਕੋਈ ਮੁੰਡਾ ਆਇਆ ਸੀਗਾ ਤੈਨੂੰ ਮਿਲਣ। ਹੁਣ ਮੁੰਡਾ ਆਮ ਨਾਮ ਹੈ,
ਉਸ ਦੇ ਲੱਛਣ ਕੀ ਹੈ ਕਿ ਹਰੇਕ ਨੌਜਵਾਨ ਨੂੰ ਮੁੰਡਾ ਕਿਹਾ ਜਾ ਸਕਦਾ ਹੈ। ਇਸ ਦੀ ਹੁਣ ਪੂਰਵ ਪਛਾਣ ਨਹੀਂ ਹੈ, ਕਿਉਂਕਿ ਉਹ ਸਾਡੇ ਉਸ ਦੋਸਤ ਦਾ ਨਾਂ ਨਹੀਂ ਜਾਣਦੇ, ਤਾਂ ਉਸ ਨੂੰ ਆਮ ਨਾਮ ਮੰਨ ਕੇ ਸਾਨੂੰ ਕਹਿਣਗੇ ਕਿ ਇੱਕ ਮੁੰਡਾ ਆਇਆ ਸੀਗਾ। ਇਹ ਸਾਰੇ ਅੰਤਰ ਅਸੀਂ ਜਾਣਦੇ ਹੋਵਾਂਗੇ ਤਾਂ ਸਾਡਾ ਆਮ ਨਾਮ ਅਤੇ ਖਾਸ ਨਾਮ ਦਾ ਜੋ ਪ੍ਰਸ਼ਨ ਹੋਊਗਾ ਉਸ ਦੇ ਵਿੱਚ ਸਾਡੀ ਗਲਤੀ ਕਰਨ ਦੀ ਸੰਭਾਵਨਾ ਨਹੀਂ ਹੋਊਗੀ, ਕਿਉਂਕਿ ਅਸੀਂ ਵੇਖ ਸਕਦੇ ਹਾਂ ਕਿ ਜੇ ਸਾਨੂੰ ਦਿੱਤਾ ਹੋਇਆ ਉਦਾਹਰਨ ਆਪਣੇ ਵਰਗੇ ਬਹੁਤ ਸਾਰੇ ਹਨ ਤਾਂ ਇਸ ਦਾ ਭਾਵ ਉਹ ਆਪਣੇ ਵਰਗੇ ਬਹੁਤ ਸਾਰੇ ਹਨ, ਤਾਂ ਫਿਰ ਉਹ ਖਾਸ ਨਾਮ ਤਾਂ ਨਹੀਂ ਹੈ। ਜੇ ਉਸ ਦਾ ਵਰਗੀਕਰਨ ਕੀਤਾ ਜਾ ਸਕਦਾ ਹੈ ਤਾਂ ਫਿਰ ਵੀ ਉਹ ਖਾਸ ਨਾਮ ਨਹੀਂ ਹੈ। ਫਿਰ ਉਸ ਦੀ ਅਸੀਂ ਇੱਕ ਵਚਨ ਤੇ ਬਹੁਵਚਨ ਵਰਤੋਂ ਕਰਕੇ ਦੇਖ ਲਾਂਗੇ। ਜੇ ਉਸ ਨੂੰ ਬਹੁਵਚਨ ਰੂਪ ਵਿੱਚ ਵਰਤਿਆ ਜਾ ਸਕਦਾ ਹੈ ਤਾਂ ਇਸ ਦਾ ਭਾਵ ਇਹ ਹੈ ਕਿ ਉਹ ਆਮ ਨਾਮ ਹੈ। ਇਸ ਤੋਂ ਬਾਅਦ ਅਸੀਂ ਦੇਖੀਏ ਕਿ ਕਿਸੇ ਨਾਮ ਨੂੰ ਅਸੀਂ ਉਸ ਦਾ ਨਾਮ ਬਦਲ ਸਕਦੇ ਹਾਂ। ਇਸ ਨਾਮ ਨੂੰ ਜੇ ਇੱਕ ਨਾਮ ਮੰਨ ਕੇ ਚੱਲੋ ਕਿ ਕੁੱਤਾ ਹੈ, ਉਸ ਨੂੰ ਬਿੱਲੀ ਕਹਿ ਸਕਦੇ ਹਾਂ। ਜੇ ਇਸ ਤਰੀਕੇ ਨਾਲ ਨਹੀਂ ਕਹਿ ਸਕਦੇ ਤਾਂ ਇਸ ਦਾ ਭਾਵ ਇਹ ਹੈ ਕਿ ਉਹ ਆਮ ਨਾਮ ਹੈ, ਉਹ ਖਾਸ ਨਾਮ ਨਹੀਂ ਹੈ। ਖਾਸ ਨਾਮ ਦਾ ਨਾਮ ਪਰਿਵਰਤਨ ਕਰਨ ਦੇ ਨਾਲ ਕੋਈ ਬਹੁਤਾ ਪ੍ਰਭਾਵ ਉਹਦੇ ਅਰਥਾਂ ਦੇ ਉੱਤੇ ਨਹੀਂ ਪੈਂਦਾ। ਜੋ ਵਿਲੀਅਮ ਸ਼ੇਕਸਪੀਅਰ ਦਾ ਕਥਨ ਹੈ ਕਿ ਨਾਂ ਵਿੱਚ ਕੀ ਰੱਖਿਆ ਹੈ, ਉਹ ਖਾਸ ਨਾਵਾਂ ਦੇ ਲਈ ਮੇਰੇ ਖਿਆਲ ਦੇ ਨਾਲ ਪੂਰਾ ਪੂਰਾ ਢੁਕਦਾ ਹੈ। ਇਹਨਾਂ ਦੀ ਨਾਮ ਬਦਲੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਗਰ ਅਸੀਂ ਕਿਸੇ ਚੀਜ਼ ਨੂੰ ਪਹਿਲਾਂ ਤੋਂ ਪਛਾਣਦੇ ਹਾਂ, ਉਸ ਦੇ ਆਧਾਰ 'ਤੇ ਅਸੀਂ ਕਿਸੇ ਦੂਜੇ ਨਾਮ ਨੂੰ ਪਛਾਣ ਸਕਦੇ ਹਾਂ, ਤਾਂ ਇਸ ਦਾ ਭਾਵ ਵੀ ਇਹ ਹੈ ਕਿ ਉਹ ਆਮ ਨਾਮ ਹੈ। ਜੇ ਅਸੀਂ ਪਹਿਲਾਂ ਤੋਂ ਕਿਸੇ ਨਾਮ ਨੂੰ ਨਹੀਂ ਜਾਣਦੇ ਤੇ ਪਛਾਣ ਨਹੀਂ ਕਰ ਪਾ ਰਹੇ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਖਾਸ ਨਾਮ ਹੈ। ਉਸ ਦੀ ਪਛਾਣ ਪੂਰਵ ਪਛਾਣ ਜ਼ਰੂਰੀ ਹੈ। ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਆਮ ਨਾਮ ਅਤੇ ਖਾਸ ਨਾਮਾਂ ਦੀ ਵੰਡ, ਇਸ ਦੇ ਆਧਾਰ 'ਤੇ ਅਸੀਂ ਇਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਵਿਅਕਤੀ ਕੋਈ ਵੀ ਹੋ ਸਕਦਾ ਹੈ, ਕਿਸੇ ਵੀ ਵਿਅਕਤੀ ਦੇ ਲਈ ਆਪਾਂ ਵਿਅਕਤੀ ਸ਼ਬਦ ਵਰਤ ਸਕਦੇ ਹਾਂ, ਪਰ ਠੀਕ ਜਦੋਂ ਉਸ ਦਾ ਨਾਮਕਰਨ ਕਰ ਦਿੱਤਾ ਜਾਂਦਾ ਹੈ, ਮੋਹਨ ਕਹਿ ਦਈਏ, ਰਾਮ ਕਹਿ ਦਈਏ, ਮਹਾਤਮਾ ਗਾਂਧੀ ਕਹਿ ਦਈਏ, ਭਗਤ ਸਿੰਘ ਕਹਿ ਦਈਏ, ਤਾਂ ਉਸ ਦੇ ਵਰਗਾ ਫਿਰ ਕੋਈ ਹੋਰ ਨਹੀਂ ਹੈ, ਇਹੋ ਹੀ ਹਨ, ਤਾਂ ਇਸ ਦਾ ਮਤਲਬ ਇਹ ਖਾਸ ਨਾਮ ਹਨ। ਦੇਸ਼ ਕੋਈ ਵੀ ਹੋ ਸਕਦਾ ਹੈ, ਪਰ ਜਦੋਂ ਆਪਾਂ ਕਹਤਾ ਭਾਰਤ, ਪਾਕਿਸਤਾਨ ਜਾਂ ਚੀਨ, ਫਿਰ ਨਾ ਤਾਂ ਕੋਈ ਦੂਜਾ ਚੀਨ ਹੈ ਨਾ ਦੂਜਾ ਪਾਕਿਸਤਾਨ ਹੈ, ਇਸ ਦਾ ਮਤਲਬ ਇਹ ਖਾਸ ਨਾਮ ਹਨ। ਇਸੇ ਤਰੀਕੇ ਨਾਲ ਦਿਸ਼ਾ ਜਦੋਂ ਕਹਿੰਦੇ ਆ ਤਾਂ ਦਿਸ਼ਾ ਆਮ ਨਾਮ ਹੈ, ਕੋਈ ਵੀ ਦਿਸ਼ਾ ਹੋ ਸਕਦੀ ਹੈ, ਪਰ ਜਦੋਂ ਅਸੀਂ ਉੱਤਰ, ਪੂਰਬ, ਦੱਖਣ, ਪੱਛਮ ਕਹਿੰਦੇ ਹਾਂ ਤਾਂ ਇਹ ਖਾਸ ਦਿਸ਼ਾਵਾਂ ਹਨ, ਇਹ ਖਾਸ ਨਾਮ ਹਨ। ਦਿਨ ਕੋਈ ਵੀ ਹੋ ਸਕਦਾ ਹੈ, ਪਰ ਜਦੋਂ ਸੋਮਵਾਰ ਕਹਤਾ ਤਾਂ ਫਿਰ ਕੋਈ ਦੂਜਾ ਸੋਮਵਾਰ ਨਹੀਂ ਹੈ, ਮੰਗਲਵਾਰ, ਬੁੱਧਵਾਰ, ਇਹ ਸਾਰੇ ਖਾਸ ਨਾਮ ਹਨ। ਇਸੇ ਤਰੀਕੇ ਨਾਲ ਮਹੀਨਾ ਕੋਈ ਵੀ ਹੋ ਸਕਦਾ ਹੈ, ਸਾਲ ਕੋਈ ਵੀ ਹੋ ਸਕਦਾ ਹੈ, ਪਰ ਜਦੋਂ ਸਾਲ ਦੇ ਵਿੱਚ ਅਸੀਂ ਕਹਤਾ 1990, ਫਿਰ ਉਹ 1990 ਦਾ ਹੀ ਸਾਲ ਹੈ, ਕੋਈ ਦੂਜਾ ਹੋਰ ਸਾਲ ਨਹੀਂ ਹੈ। ਇਹ ਜੋ ਵੰਡ ਕੀਤੀ ਗਈ ਹੈ ਇਹ ਸਿਰਫ ਉਦਾਹਰਨ ਮਾਤਰ ਦੇ ਲਈ ਹੈ, ਇਹਦਾ ਕੋਈ ਆਖਰੀ ਤੌਰ 'ਤੇ ਇਸ ਦੀ ਵੰਡ ਸੰਭਵ ਨਹੀਂ ਹੈ, ਸਿਰਫ ਸਮਝਣ ਦੇ ਲਈ ਹੈ ਕਿ ਠੀਕ ਇਸ ਤਰੀਕੇ ਨਾਲ ਅਸੀਂ ਆਮ ਅਤੇ ਖਾਸ ਨਾਵਾਂ ਨੂੰ ਸਮਝ ਸਕਦੇ ਹਾਂ। ਹੁਣ ਗੱਲ ਕਰਦੇ ਹਾਂ ਨਾਮ ਦੇ 5 ਭੇਦਾਂ ਵਿੱਚੋਂ। ਪਹਿਲਾ ਭੇਦ ਆਮ ਨਾਮ, ਜਿਹਨੂੰ ਜਾਤੀਵਾਚਕ ਨਾਮ ਵੀ ਕਹਿ ਲਿਆ ਜਾਂਦਾ ਹੈ। ਇਹ ਅਜਿਹੇ ਸ਼ਬਦ ਹੁੰਦੇ ਹਨ ਜਿਹੜੇ ਪੂਰੀ ਜਾਤੀ, ਵਰਗ ਅਤੇ ਉਸ ਜਾਤੀ ਵਰਗ ਦੇ ਹਰ ਇੱਕ ਮੈਂਬਰ ਲਈ ਵੀ ਵਰਤੇ ਜਾਂਦੇ ਹਨ। ਪੂਰੀ ਜਾਤੀ ਲਈ ਵੀ, ਪੂਰੇ ਵਰਗ ਲਈ ਵੀ ਉਹੀ ਸ਼ਬਦ ਵਰਤਿਆ ਜਾਂਦਾ ਹੈ ਤੇ ਉਸ ਦੇ ਹਰ ਇੱਕ ਮੈਂਬਰ ਲਈ ਵੀ ਉਹੀ ਸ਼ਬਦ। ਜਿਵੇਂ ਦਿਨ ਇੱਕ ਵਰਗ ਵੀ ਹੈ, ਕਿਸੇ ਵੀ ਦਿਨ ਨੂੰ ਦਿਨ ਕਹਿ ਸਕਦੇ ਹਾਂ, ਕਿਸੇ ਵੀ ਮਹੀਨੇ ਨੂੰ ਮਹੀਨਾ ਕਹਿ ਸਕਦੇ ਹਾਂ, ਸੰਨ, ਸ਼ਹਿਰ, ਪਿੰਡ, ਨਦੀ, ਪਹਾੜ, ਕਿਸੇ ਵੀ ਨਦੀ, ਸਾਰੀਆਂ ਨਦੀਆਂ ਨੂੰ ਵੀ ਨਦੀ ਕਹਾਂਗੇ ਤੇ ਇੱਕ ਨਦੀ ਲਈ ਵੀ ਨਦੀ ਸ਼ਬਦ ਆਏਗਾ। ਪਹਾੜ, ਸਾਰੇ ਪਹਾੜਾਂ ਲਈ ਪਹਾੜ ਸ਼ਬਦ ਵਰਤਦੇ ਹਾਂ। ਕੁੱਤਾ, ਬੰਦਾ, ਮਨੁੱਖ, ਸਾਰੇ ਇਸ ਪ੍ਰਕਾਰ ਦੇ ਸ਼ਬਦ ਹਨ, ਇਹਨਾਂ ਨੂੰ ਅਸੀਂ ਆਮ ਨਾਮ ਦੀ ਸ਼੍ਰੇਣੀ ਵਿੱਚ ਰੱਖਦੇ ਹਾਂ। ਘਰੇਲੂ ਉਪਯੋਗ ਦੀਆਂ ਬਹੁਤ ਸਾਰੀਆਂ ਚੀਜ਼ਾਂ, ਵਸਤਾਂ ਇਸੇ ਸ਼੍ਰੇਣੀ ਦੇ ਵਿੱਚ ਆਉਂਦੀਆਂ ਹਨ। ਇਸ ਤੋਂ ਛੁੱਟ ਰਿਸ਼ਤਿਆਂ ਦੇ ਨਾਮ, ਚਾਚਾ, ਤਾਇਆ, ਮਾਮਾ, ਸਰੀਰ ਦੇ ਅੰਗ,
ਫਲ ਫੁੱਲ, ਦਰਖਤ, ਸਬਜ਼ੀ, ਪਸ਼ੂ ਪੰਛੀ, ਕੀਟ ਪਤੰਗੇ, ਪਹਿਨਣ ਦੇ ਵਸਤਰ, ਮਸਾਲੇ, ਮਿਠਾਈ ਆਦਿ ਸਭ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਇਹਨਾਂ ਦੀਆਂ ਉਪ ਕਿਸਮਾਂ ਵੀ ਇਸੇ ਸ਼੍ਰੇਣੀ ਦੇ ਵਿੱਚ ਆਮ ਨਾਮ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਖਾਸ ਨਾਮ ਕਿਸੇ ਵਿਅਕਤੀ, ਥਾਂ, ਵਿਸ਼ੇਸ਼ ਦਾ ਖਾਸ ਨਾਮ ਜੋ ਕਿਸੇ ਹੋਰ ਦਾ ਨਹੀਂ ਹੋ ਸਕਦਾ। ਇਸ ਦਾ ਬਹੁਵਚਨ ਰੂਪ ਨਹੀਂ ਬਣਦਾ, ਜਿਹੜੀ ਕਿ ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ। ਜੇ ਬਣਾਇਆ ਵੀ ਜਾਂਦਾ ਹੈ ਤਾਂ ਉਹ ਜਾਤੀਵਾਚਕ ਨਾਮ ਦੇ ਰੂਪ ਦੇ ਵਿੱਚ, ਆਮ ਨਾਮ ਦੇ ਰੂਪ ਦੇ ਵਿੱਚ ਬਦਲ ਜਾਂਦਾ ਹੈ। ਇਸ ਦੀ ਗੱਲ ਅਸੀਂ ਅੱਗੇ ਚੱਲ ਕੇ ਕਰਾਂਗੇ। ਨਾਮ ਦਾ ਤੀਜਾ ਭੇਦ ਇਕੱਠਵਾਚਕ ਨਾਮ। ਗਿਣੇ ਜਾ ਸਕਣ ਵਾਲੀਆਂ ਚੀਜ਼ਾਂ, ਵਸਤੂਆਂ ਦੇ ਸਮੂਹ ਨੂੰ ਦੱਸਣ ਵਾਲੇ ਸ਼ਬਦ। ਧਿਆਨ ਦੇਣ ਵਾਲੀ ਗੱਲ ਹੈ, ਜੋ ਗਿਣੀਆਂ ਜਾ ਸਕਦੀਆਂ ਚੀਜ਼ਾਂ ਹਨ, ਗਿਣੇ ਜਾ ਸਕਣ ਦੇ ਯੋਗ ਹਨ। ਜਿਵੇਂ ਕਿ ਕਈ ਵਾਰ ਇਹ ਭੁਲੇਖਾ ਰਹਿੰਦਾ ਹੈ ਕਿ ਗਿਣਤੀ ਜ਼ਿਆਦਾ ਹੋਣ ਦੇ ਵਿੱਚ ਉਹ ਗਿਣੀਆਂ ਨਹੀਂ ਜਾ ਸਕਦੀਆਂ, ਪਰ ਜਦੋਂ ਲੋੜ ਪਊਗੀ ਤਾਂ ਉਹਨਾਂ ਦੀ ਗਿਣਤੀ ਹੀ ਕੀਤੀ ਜਾਊਗੀ। ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਉਹਨਾਂ ਦੀ ਕਰਾਂਗੇ ਤਾਂ ਗਿਣਤੀ ਹੀ ਕਰਾਂਗੇ, ਉਹਨਾਂ ਦਾ ਤੋਲ ਮਾਪ ਨਹੀਂ ਕਰਾਂਗੇ। ਤੇ ਉਹਨਾਂ ਦੇ ਸਮੂਹ ਨੂੰ ਦੱਸਣ ਵਾਲੇ ਸ਼ਬਦ। ਇਸ 'ਚ ਖਾਸ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸ਼ਬਦ ਇੱਕ ਵਚਨ ਰੂਪ ਵਿੱਚ ਵੀ ਸਮੂਹ ਦਾ ਬੋਧ ਕਰਵਾਉਂਦੇ ਹਨ। ਇਸ ਤੋਂ ਪਹਿਲਾਂ ਇੱਕ ਪੇਪਰ ਦੇ ਵਿੱਚ ਪ੍ਰਸ਼ਨ ਆਇਆ ਸੀਗਾ, ਭੇਡਾਂ ਕਿਹੜਾ ਨਾਮ ਹੈ? ਤਾਂ ਉੱਥੇ ਇਸ ਨੂੰ ਇਕੱਠਵਾਚਕ ਨਾਮ ਮੰਨ ਲਿਆ ਗਿਆ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਸ਼ਬਦ ਹੈ ਭੇਡ ਤੇ ਇਸ ਦਾ ਬਹੁਵਚਨ ਰੂਪ ਹੈ ਭੇਡਾਂ। ਇਸ ਪ੍ਰਸ਼ਨ ਦੇ ਵਿੱਚ ਭੇਡਾਂ ਸ਼ਬਦ ਨੂੰ ਇਕੱਠਵਾਚਕ ਨਾਮ ਮੰਨ ਲਿਆ ਗਿਆ। ਭੇਡਾਂ ਕਹਿਣ ਤੇ ਜ਼ਰੂਰ ਸਮੂਹ ਦਾ ਬੋਧ ਹੁੰਦਾ ਹੈ, ਪਰ ਇਸ ਦਾ ਇੱਕ ਵਚਨ ਰੂਪ ਅਗਰ ਜੇ ਆਪਾਂ ਭੇਡ ਕਹੀਏ ਤਾਂ ਉਹ ਸਮੂਹ ਦਾ ਬੋਧ ਨਹੀਂ ਕਰਵਾਉਂਦਾ, ਬਹੁਵਚਨ ਰੂਪ ਹੀ ਸਮੂਹ ਦਾ ਬੋਧ ਕਰਵਾਉਂਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਕੱਠਵਾਚਕ ਨਾਮ ਜਿਹੜੇ ਸ਼ਬਦ ਹੁੰਦੇ ਹਨ ਉਹ ਬਹੁਵਚਨ ਰੂਪ ਦੇ ਵਿੱਚ ਵੀ ਵਰਤੇ ਜਾ ਸਕਦੇ ਹਨ, ਕੋਈ ਸ਼ੱਕ ਨਹੀਂ ਇਸ ਦੇ ਵਿੱਚ, ਪਰ ਉਹਨਾਂ ਦਾ ਇੱਕ ਵਚਨ ਰੂਪ ਹੈ ਜਿਹੜਾ ਇੱਜੜ, ਸਭਾ, ਟੋਲੀ, ਮੰਡਲੀ, ਜਮਾਤ, ਫੌਜ, ਪੁਲਿਸ, ਭੀੜ, ਦਲ, ਟੀਮ, ਸੰਗਤ, ਝੰਗੀ, ਡਾਰ, ਹੇਡ, ਵਗ, ਇਹ ਸਾਰੇ ਇੱਕ ਵਚਨ ਰੂਪ ਦੇ ਵਿੱਚ ਹੀ ਹਨ ਤੇ ਇੱਕ ਵਚਨ ਰੂਪ ਦੇ ਵਿੱਚ ਵੀ ਸਮੂਹ ਦਾ ਬੋਧ ਕਰਵਾ ਰਹੇ ਹਨ। ਇਹਨਾਂ ਦਾ ਬਹੁਵਚਨ ਰੂਪ ਵੀ ਬਣਾਇਆ ਜਾ ਸਕਦਾ ਹੈ, ਇੱਜੜਾਂ, ਟੋਲੀਆਂ, ਫੌਜਾਂ, ਜਮਾਤਾਂ। ਪਰ ਭੇਡ ਸ਼ਬਦ ਹੈ ਜਿਹੜਾ ਉਹ ਇੱਕ ਵਚਨ ਰੂਪ ਦੇ ਵਿੱਚ ਸਮੂਹ ਦਾ ਬੋਧ ਨਹੀਂ ਕਰਵਾਉਂਦਾ, ਕਿਉਂਕਿ ਇਹ ਇਕੱਠਵਾਚਕ ਨਾਮ ਹੈ ਹੀ ਨਹੀਂ, ਇਹ ਆਮ ਨਾਮ ਹੈ, ਜਾਤੀਵਾਚਕ ਨਾਮ ਹੈ। ਤਾਂ ਧਿਆਨ ਇਹ ਰੱਖਣਾ ਹੈ ਕਿ ਇਕੱਠਵਾਚਕ ਸ਼ਬਦ ਉਹੀ ਹੁੰਦਾ ਹੈ ਜੋ ਆਪਣੇ ਇੱਕ ਵਚਨ ਰੂਪ ਦੇ ਵਿੱਚ ਵੀ ਇਕੱਠ ਦਾ ਬੋਧ ਕਰਵਾਵੇ। ਇੱਜੜ ਭੇਡਾਂ ਬੱਕਰੀਆਂ ਦਾ, ਸਭਾ ਕਿਸੇ ਦੀ ਵੀ ਹੋ ਸਕਦੀ ਹੈ, ਮਨੁੱਖ ਕਰ ਸਕਦੇ ਹੈ, ਕੋਈ ਵਿਸ਼ੇਸ਼ ਅਧਿਆਪਕ ਕਰ ਸਕਦੇ ਆ, ਵਕੀਲ ਕਰ ਸਕਦੇ ਆ, ਕੋਈ ਵੀ ਆਪਣੀ ਸ਼੍ਰੇਣੀ ਦੇ ਲੋਕ ਕਰ ਸਕਦੇ ਹਨ, ਨੇਤਾ ਕਰਦੇ ਆ ਸਭਾ। ਟੋਲੀ, ਮੰਡਲੀ, ਜਮਾਤ, ਫੌਜ, ਪੁਲਿਸ, ਭੀੜ, ਦਲ, ਟੀਮ, ਸੰਗਤ, ਝੰਗੀ, ਰੁੱਖਾਂ, ਬਹੁਤ ਸਾਰੇ ਰੁੱਖ ਜਿੱਥੇ ਹੁੰਦੇ ਹਨ ਉਹਨਾਂ ਨੂੰ ਝੰਗੀ ਕਹਿੰਦੇ ਹਨ। ਡਾਰ ਪੰਛੀਆਂ ਦੀ, ਹੇਡ ਊਠਾਂ ਦਾ ਸਮੂਹ, ਵਗ ਗਾਈਆਂ ਦਾ ਸਮੂਹ, ਇਹ ਸਾਰੇ ਆਪਣੇ ਇੱਕ ਵਚਨ ਰੂਪ ਦੇ ਵਿੱਚ ਵੀ ਇਕੱਠ ਦਾ ਬੋਧ ਕਰਵਾਉਂਦੇ ਹਨ। ਇਹ ਸਾਰੇ ਇਕੱਠਵਾਚਕ ਨਾਮ ਹਨ। ਵਸਤੂਵਾਚਕ ਪਦਾਰਥ ਬੋਧਕ ਨਾਮ ਉਹ ਹੁੰਦੇ ਹਨ ਜਿਨ੍ਹਾਂ ਨੂੰ ਤੋਲਿਆ ਜਾ ਸਕਦਾ ਹੈ, ਮਿਣਿਆ ਜਾ ਸਕਦਾ ਹੈ, ਹਾੜਿਆ ਜਾ ਸਕਦਾ ਹੈ, ਭਾਵ ਅੰਦਾਜ਼ਾ ਲਾਇਆ ਜਾ ਸਕਦਾ ਉਹਨਾਂ ਦੇ ਤੋਲ ਮਾਪ ਦਾ। ਜਿਵੇਂ ਕਣਕ, ਚੌਲ, ਤੇਲ, ਘਿਓ, ਮਿੱਟੀ, ਪਾਣੀ, ਹਵਾ, ਇਹਨਾਂ ਸਭ ਦਾ ਤੋਲ ਮਾਪ ਹੁੰਦਾ ਹੈ। ਇਸ ਲਈ ਇਹਨਾਂ ਨੂੰ ਅਸੀਂ ਪਦਾਰਥਵਾਚਕ, ਵਸਤੂਵਾਚਕ ਨਾਮ ਕਹਿੰਦੇ ਹਾਂ। ਨਾਮ ਸ਼ਬਦਾਂ ਦੀ ਪੰਜਵੀਂ ਸ਼੍ਰੇਣੀ ਭਾਵਵਾਚਕ ਨਾਮ।
ਭਾਵਵਾਚਕ ਨਾਮ ਹਿਰਦੇ ਦੇ ਭਾਵ ਹੁੰਦੇ ਹਨ। ਇਹਨਾਂ ਦਾ ਚਿੱਤਰ ਨਹੀਂ ਬਣਾਇਆ ਜਾ ਸਕਦਾ, ਇਹਨਾਂ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਤੇ ਪ੍ਰਤੱਖ ਰੂਪ ਦੇ ਵਿੱਚ ਦੇਖਣਾ ਵੀ ਸੰਭਵ ਨਹੀਂ ਹੁੰਦਾ। ਨਾ ਹੀ ਇਹ ਥਾਂ ਘੇਰਦੇ ਹਨ, ਇਹ ਸੂਖਮ ਭਾਵ ਹੁੰਦੇ ਹਨ ਹਿਰਦੇ ਦੇ, ਜਿਵੇਂ ਘਿਰਣਾ ਹੋ ਸਕਦੀ ਹੈ, ਇਮਾਨਦਾਰੀ ਹੋ ਸਕਦੀ ਹੈ, ਸੁੱਖ ਦੁੱਖ ਹੋ ਸਕਦਾ ਹੈ, ਖੁਸ਼ੀ ਹੋ ਸਕਦੀ ਹੈ, ਗਮੀ ਹੋ ਸਕਦੀ ਹੈ। ਇਹ ਸਾਰੇ ਹਿਰਦੇ ਦੇ ਭਾਵ ਹਨ ਜਿਨ੍ਹਾਂ ਦਾ ਨਾ ਤਾਂ ਕੋਈ ਤੋਲ ਮਾਪ ਕੀਤਾ ਜਾ ਸਕਦਾ ਹੈ, ਨਾ ਹੀ ਇਹਨਾਂ ਨੂੰ ਪ੍ਰਤੱਖ ਰੂਪ ਤੋਂ ਦੇਖਣਾ ਸੰਭਵ ਹੁੰਦਾ ਹੈ, ਨਾ ਹੀ ਇਹਨਾਂ ਦਾ ਚਿੱਤਰ ਬਣਾਇਆ ਜਾ ਸਕਦਾ ਹੈ। ਇਹਨਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ, ਇਸ ਲਈ ਇਹਨਾਂ ਨੂੰ ਭਾਵਵਾਚਕ ਨਾਮ ਕਿਹਾ ਜਾਂਦਾ ਹੈ। ਭਾਵਵਾਚਕ ਨਾਮ ਵਿਸ਼ੇਸ਼ਣ ਸ਼ਬਦਾਂ ਦੇ ਨਾਲ ਮਿਲਦੇ ਜੁਲਦੇ ਹੁੰਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਨਾਮ ਅਤੇ ਵਿਸ਼ੇਸ਼ਣ ਨੂੰ ਬਹੁਤਾ ਡੂੰਘਾਈ ਦੇ ਨਾਲ ਨਹੀਂ ਪੜ੍ਹਿਆ ਹੁੰਦਾ, ਉਹਨਾਂ ਨੂੰ ਇਹਨਾਂ ਦੇ ਵਿੱਚ ਭੁਲੇਖਾ ਪੈ ਜਾਂਦਾ ਹੈ। ਤਾਂ ਉਸ ਦੇ ਲਈ ਇੱਕ ਕੰਮ ਇਹ ਕੀਤਾ ਜਾ ਸਕਦਾ ਹੈ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇੱਕ ਤਰਫ ਭਾਵਵਾਚਕ ਨਾਮ ਕਾਲੇ ਰੰਗ ਦੇ ਵਿੱਚ ਲਿਖੇ ਹੋਏ ਹਨ, ਦੂਜੇ ਪਾਸੇ ਲਾਲ ਰੰਗ ਦੇ ਵਿੱਚ ਉਹਨਾਂ ਦੇ ਨਾਲ ਮਿਲਦੇ ਜੁਲਦੇ ਹੀ ਵਿਸ਼ੇਸ਼ਣ ਸ਼ਬਦ ਲਿਖੇ ਹੋਏ ਹਨ। ਜਿਵੇਂ ਮਿਠਾਸ ਭਾਵਵਾਚਕ ਨਾਮ ਹੈ ਪਰ ਮਿੱਠਾ ਵਿਸ਼ੇਸ਼ਣ ਹੈ। ਵਫਾਦਾਰੀ ਭਾਵਵਾਚਕ ਨਾਮ ਹੈ, ਵਫਾਦਾਰ ਵਿਸ਼ੇਸ਼ਣ ਹੈ। ਇਮਾਨਦਾਰੀ ਭਾਵਵਾਚਕ ਨਾਮ ਹੈ, ਇਮਾਨਦਾਰ ਵਿਸ਼ੇਸ਼ਣ ਹੈ। ਇਹਨਾਂ ਦੇ ਨਾਲ ਇੱਕ ਮਿਲਦਾ ਜੁਲਦਾ, ਇਹਨਾਂ ਤੋਂ ਸੰਬੰਧਿਤ ਇੱਕ ਨਾਮ ਸ਼ਬਦ ਹੋਰ ਲਿਖ ਲਿਆ ਜਾਵੇ ਤਾਂ ਅਸੀਂ ਇਸ ਭੁਲੇਖੇ ਨੂੰ ਦੂਰ ਕਰ ਸਕਦੇ ਹਾਂ। ਜਿਵੇਂ ਮਿਠਾਸ ਕਿਸ ਦੇ ਵਿੱਚ ਹੁੰਦੀ ਹੈ, ਜਾਂ ਮਿੱਠਾ ਕਿਹੜੀ ਚੀਜ਼ ਦੇ ਵਿੱਚ ਹੁੰਦਾ ਹੈ, ਤਾਂ ਅਸੀਂ ਇਸ ਦੇ ਨਾਲ ਮਿਲਦੇ ਜੁਲਦੇ ਨਾਮ ਸ਼ਬਦ ਹੋਰ ਲਿਖਦੇ ਹਾਂ। ਜਿਵੇਂ ਅਸੀਂ ਲਿਖ ਲਿਆ ਮਿਠਾਸ, ਗੰਨਾ ਲਿਖ ਲੈਂਦੇ ਹਾਂ ਨਾਲ, ਇੱਧਰ ਲਿਖਦੇ ਹਾਂ ਮਿੱਠਾ ਗੰਨਾ। ਹੁਣ ਜਦੋਂ ਲਿਖਦੇ ਹਾਂ ਮਿਠਾਸ ਗੰਨਾ ਤਾਂ ਸਾਨੂੰ ਲੱਗਦਾ ਹੈ ਕਿ ਇਹ ਜਿਹੜਾ ਸ਼ਬਦ ਵਰਤੋਂ ਹੈ ਅਸੀਂ ਭਾਸ਼ਾ ਦੇ ਵਿੱਚ ਨਾ ਤਾਂ ਕਿਤੇ ਸੁਣੀ ਹੈ ਨਾ ਹੀ ਕੀਤੀ ਹੈ। ਜਦੋਂ ਕਿ ਦੂਜੀ ਤਰਫ ਅਸੀਂ ਦੇਖਦੇ ਹਾਂ ਮਿੱਠਾ ਗੰਨਾ ਤਾਂ ਸਾਨੂੰ ਲੱਗਦਾ ਹੈ ਕਿ ਇਹ ਜਿਹੜਾ ਸ਼ਬਦ ਜੋੜ ਹੈ, ਸ਼ਬਦ ਮੈਚ ਹੈ, ਸਹੀ ਹੈ। ਉਹ ਇਸ ਕਰਕੇ ਲੱਗਦਾ ਹੈ ਕਿ ਇਹ ਮਿੱਠਾ ਵਿਸ਼ੇਸ਼ਣ ਹੈ ਤੇ ਗੰਨਾ ਨਾਮ ਹੈ। ਜਦੋਂ ਅਸੀਂ ਦੋ ਨਾਮ ਸ਼ਬਦ ਇਕੱਠੇ ਬੋਲਦੇ ਹਾਂ ਤਾਂ ਉਹ ਸਾਨੂੰ ਸਹੀ ਨਹੀਂ ਲੱਗਦੇ, ਕਿਉਂਕਿ ਮਿਠਾਸ ਭਾਵਵਾਚਕ ਨਾਮ ਹੈ ਤੇ ਗੰਨਾ ਆਮ ਨਾਮ ਹੈ। ਜਦੋਂ ਸ਼ਬਦ ਜੋੜ ਸਾਨੂੰ ਲੱਗੇ ਕਿ ਸਹੀ ਨਹੀਂ ਹੈ, ਇਹ ਸਾਡੇ ਵੱਲੋਂ ਲਿਖਿਆ ਹੋਇਆ ਸ਼ਬਦ ਇਸ ਦੇ ਨਾਲ ਸਹੀ ਨਹੀਂ ਮੈਚ ਕਰ ਰਿਹਾ, ਤਾਂ ਉਦੋਂ ਉਹ ਦੋਵੇਂ ਨਾਮ ਸ਼ਬਦ ਹੁੰਦੇ ਆ। ਇਸ ਲਈ ਸਾਨੂੰ ਇਹ ਲੱਗਦਾ ਹੈ। ਜੇ ਸਾਨੂੰ ਲੱਗਦਾ ਹੈ ਕਿ ਇਹ ਸ਼ਬਦ ਜੋੜ ਹਾਂ ਸਹੀ ਹੈ, ਜਿਵੇਂ ਅਸੀਂ ਬੋਲਦੇ ਹਾਂ ਮਿੱਠਾ ਗੰਨਾ, ਤਾਂ ਉਦੋਂ ਇਸ ਦਾ ਭਾਵ ਇਹ ਹੈ ਕਿ ਇੱਕ ਸ਼ਬਦ ਵਿਸ਼ੇਸ਼ਣ ਹੈ ਤੇ ਦੂਜਾ ਨਾਮ ਹੈ। ਇਸੇ ਤਰੀਕੇ ਨਾਲ ਅਸੀਂ ਵਫਾਦਾਰੀ ਤੇ ਨਾਲ ਅਸੀਂ ਕੁੱਤਾ ਲਿਖ ਕੇ ਦੇਖਦੇ ਹਾਂ ਤੇ ਸਾਨੂੰ ਲੱਗੂਗਾ ਕਿ ਇਹ ਸਹੀ ਨਹੀਂ, ਕਿਉਂਕਿ ਵਫਾਦਾਰੀ ਵੀ ਨਾਮ ਹੈ, ਕੁੱਤਾ ਵੀ ਨਾਮ ਹੈ। ਤੇ ਇੱਧਰ ਅਸੀਂ ਲਿਖ ਲਈਏ ਵਫਾਦਾਰ ਕੁੱਤਾ, ਤਾਂ ਸਾਨੂੰ ਲੱਗਦਾ ਹੈ ਕਿ ਇਹ ਜੋ ਮੈਚ ਹੈ ਸਹੀ ਹੈ, ਕਿਉਂਕਿ ਵਫਾਦਾਰ ਵਿਸ਼ੇਸ਼ਣ ਹੈ ਤੇ ਕੁੱਤਾ ਆਮ ਨਾਮ ਹੈ, ਜਾਤੀਵਾਚਕ ਨਾਮ ਹੈ। ਇਹ ਸਹੀ ਉਦੋਂ ਹੀ ਹੋਊਗਾ ਜਦੋਂ ਇੱਕ ਸ਼ਬਦ ਵਿਸ਼ੇਸ਼ਣ ਹੋਊਗਾ, ਸਹੀ ਲੱਗੂਗਾ ਸਾਨੂੰ। ਇੱਕ ਸ਼ਬਦ ਵਿਸ਼ੇਸ਼ਣ ਹੋਊਗਾ, ਦੂਜਾ ਨਾਮ ਹੋਊਗਾ। ਜੇ ਦੋਨੇ ਸ਼ਬਦ ਹੀ ਨਾਮ ਹੋਣਗੇ ਤਾਂ ਸਾਨੂੰ ਸਹੀ ਨਹੀਂ ਲੱਗੂਗਾ। ਜਿਵੇਂ ਵਫਾਦਾਰੀ ਅਤੇ ਕੁੱਤਾ ਦੋਵੇਂ ਹੀ ਨਾਮ ਹਨ ਤਾਂ ਸਾਨੂੰ ਇਹ ਸਹੀ ਨਹੀਂ ਲੱਗ ਰਿਹਾ। ਇਸੇ ਤਰੀਕੇ ਨਾਲ ਇਮਾਨਦਾਰੀ ਬੰਦਾ ਕਹਿੰਦੇ ਹਾਂ ਜਦੋਂ ਅਸੀਂ, ਤਾਂ ਸਾਨੂੰ ਲੱਗਦਾ ਹੈ ਕਿ ਇਹੋ ਜਿਹੀ ਵਰਤੋਂ ਨਾ ਤਾਂ ਅਸੀਂ ਸੁਣੀ ਹੈ ਨਾ ਹੀ ਸੰਭਵ ਹੈ। ਜਦੋਂ ਅਸੀਂ ਕਹਿੰਦੇ ਹਾਂ ਇਮਾਨਦਾਰ ਬੰਦਾ ਤਾਂ ਉਦੋਂ ਸਾਨੂੰ ਲੱਗਦਾ ਹੈ ਕਿ ਹਾਂ ਇਹ ਮੈਚ ਕਰ ਰਹੇ ਹਨ ਸ਼ਬਦ। ਇਸ ਦਾ ਕਾਰਨ ਮੈਂ ਫੇਰ ਇੱਕ ਵਾਰ ਦੁਹਰਾ ਦਿਆਂ, ਜਦੋਂ ਦੋਵੇਂ ਹੀ ਸ਼ਬਦ ਨਾਮ ਹੋਣਗੇ, ਜਿਵੇਂ ਇਮਾਨਦਾਰੀ ਭਾਵਵਾਚਕ ਨਾਮ ਹੈ ਤੇ ਬੰਦਾ ਆਮ ਨਾਮ ਹੈ, ਇਸ ਲਈ ਦੋਵੇਂ ਨਾਮ ਹੋਣ ਦੇ ਕਾਰਨ ਇਹ ਸਾਨੂੰ ਸ਼ਬਦ ਜੋੜੇ ਸਹੀ ਨਹੀਂ ਲੱਗ ਰਹੇ। ਇਸ ਦੇ ਉਲਟ ਦੂਜੇ ਪਾਸੇ ਇੱਕ ਸ਼ਬਦ ਵਿਸ਼ੇਸ਼ਣ ਹੈ ਜੋ ਕਿ ਪਹਿਲਾਂ ਤੋਂ ਲਿਖੇ ਹੋਏ ਹਨ ਤੇ ਦੂਜਾ ਸ਼ਬਦ ਨਾਮ ਹੈ, ਆਮ ਨਾਮ, ਤੇ ਇਹ ਸਾਨੂੰ ਲੱਗਦਾ ਹੈ ਕਿ ਹਾਂ ਇਹ ਸ਼ਬਦ ਜੋੜੇ ਸਹੀ ਹਨ। ਇਹ ਇਸ ਕਰਕੇ ਹੈ ਕਿਉਂਕਿ ਇੱਕ ਸ਼ਬਦ ਵਿਸ਼ੇਸ਼ਣ ਹੈ ਤੇ ਦੂਜਾ ਨਾਮ ਹੈ। ਇਹ ਸਾਰੀ ਵਿਚਾਰ ਚਰਚਾ ਦਾ ਸਾਰ ਇਹ ਹੈ ਕਿ ਸਾਨੂੰ ਭੁਲੇਖਾ ਪੈ ਸਕਦਾ ਹੈ ਕਿ ਇਹ ਭਾਵਵਾਚਕ ਨਾਮ ਹੈ ਸ਼ੁਰੂਆਤ ਦੇ ਵਿੱਚ, ਬਾਅਦ ਦੇ ਵਿੱਚ ਤਾਂ ਨਹੀਂ ਪੈਂਦਾ। ਇਸ ਦੀ ਪਹਿਚਾਣ ਕਰਨ ਦੇ ਲਈ ਅਸੀਂ ਉਹਦੇ ਨਾਲ ਸੰਬੰਧਿਤ ਸ਼ਬਦ, ਜਿਵੇਂ ਮਿਠਾਸ ਕਾਸ 'ਚ ਹੁੰਦੀ ਹੈ, ਗੰਨੇ 'ਚ ਹੁੰਦੀ ਹੈ, ਤਾਂ ਅਸੀਂ ਉਹ ਸ਼ਬਦ ਇਸ ਦੇ ਨਾਲ ਲਿਖ ਲਿਆ।
ਵਫਾਦਾਰੀ ਕੁੱਤੇ 'ਚ ਹੁੰਦੀ ਹੈ, ਇਮਾਨਦਾਰੀ ਆਪਾਂ ਮੰਨ ਲੈਂਦੇ ਹਾਂ ਬੰਦੇ 'ਚ ਹੁੰਦੀ ਹੈ। ਤਾਂ ਇਹ ਸ਼ਬਦ ਅਸੀਂ ਦੋਵਾਂ ਪਾਸੇ ਲਿਖ ਲਏ। ਜਦੋਂ ਸਾਨੂੰ ਲੱਗਦਾ ਹੈ ਕਿ ਇਹ ਸ਼ਬਦ ਜੋੜੇ ਸਹੀ ਨਹੀਂ ਹਨ ਤਾਂ ਇਹਦਾ ਮਤਲਬ ਉਹ ਦੋਵੇਂ ਹੀ ਨਾਮ ਸ਼ਬਦ ਹਨ। ਜੇ ਸਾਨੂੰ ਲੱਗ ਰਿਹਾ ਹਾਂ ਕਿ ਇਹ ਮੈਚ ਕਰ ਰਹੇ ਹਨ, ਦੋਵੇਂ ਸ਼ਬਦ ਜੋੜੇ ਸਹੀ ਹਨ, ਤਾਂ ਫਿਰ ਉਹ ਆਪਾਂ ਇਹ ਮੰਨਾਂਗੇ ਕਿ ਇੱਕ ਸ਼ਬਦ ਵਿਸ਼ੇਸ਼ਣ ਹੈ ਤੇ ਦੂਜਾ ਨਾਮ ਹੈ। ਤਾਂ ਇਸ ਤਰੀਕੇ ਦੇ ਨਾਲ ਭਾਵਵਾਚਕ ਨਾਮ ਤੇ ਵਿਸ਼ੇਸ਼ਣ ਦੀ ਪਛਾਣ ਬਹੁਤ ਸੌਖੇ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ। ਸ਼ਬਦ ਸ਼੍ਰੇਣੀਆਂ ਦੇ ਵਿੱਚੋਂ ਕੁਝ ਸ਼ਬਦ ਵਿਕਾਰੀ ਹੁੰਦੇ ਹਨ ਤੇ ਕੁਝ ਅਵਿਕਾਰੀ। ਵਿਕਾਰ ਦਾ ਭਾਵ ਹੈ ਦੋਸ਼, ਪਰਿਵਰਤਨ, ਬਦਲਾਵ, ਕਿ ਉਸ ਦੇ ਵਿੱਚ ਕੋਈ ਬਦਲਾਵ ਆਉਂਦਾ ਹੈ ਜਾਂ ਨਹੀਂ ਆਉਂਦਾ ਹੈ। ਤਾਂ ਅਸੀਂ ਇਹ ਖੁਦ ਪਰਖ ਕੇ ਦੇਖਾਂਗੇ ਕਿ ਨਾਮ ਸ਼ਬਦ ਕਿਹੜੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਅਸੀਂ ਇਸ ਦੇ ਲਈ ਇੱਕ ਸ਼ਬਦ ਲੈਂਦੇ ਹਾਂ ਮੁੰਡਾ। ਜਦੋਂ ਅਸੀਂ ਇਸ ਦਾ ਬਹੁਵਚਨ ਰੂਪ ਵਰਤਦੇ ਹਾਂ ਮੁੰਡਾ, ਤਾਂ ਮੁੰਡਾ ਦਾ ਬਹੁਵਚਨ ਰੂਪ ਹੋ ਜਾਂਦਾ ਹੈ ਮੁੰਡੇ। ਭਾਵ ਇਸ ਦੇ ਵਿੱਚ ਵਚਨ ਦੇ ਕਰਕੇ ਪਰਿਵਰਤਨ ਆਉਂਦਾ ਹੈ, ਵਿਕਾਰ ਆਉਂਦਾ ਹੈ। ਇਸੇ ਤਰੀਕੇ ਨਾਲ ਅਸੀਂ ਜਦੋਂ ਇਸ ਦਾ ਮੁੰਡਾ ਸ਼ਬਦ ਪੁਲਿੰਗ ਹੈ, ਇਸਤਰੀ ਲਿੰਗ ਬਣਾ ਕੇ ਦੇਖੀਏ ਤੇ ਮੁੰਡਾ ਸ਼ਬਦ ਦੀ ਥਾਂ ਤੇ ਸਾਨੂੰ ਕੁੜੀ ਸ਼ਬਦ ਵਰਤਣਾ ਪਏਗਾ। ਮੁੰਡਾ ਪੜ੍ਹਦਾ ਹੈ, ਮੁੰਡੇ ਪੜ੍ਹਦੇ ਹਨ, ਵਚਨ ਦੇ ਉਦਾਹਰਨ ਹੋ ਗਏ। ਇਸੇ ਤਰੀਕੇ ਨਾਲ ਜਦੋਂ ਅਸੀਂ ਪੁਲਿੰਗ ਤੋਂ ਇਸਤਰੀ ਲਿੰਗ ਬਣਾਇਆ ਤਾਂ ਮੁੰਡਾ ਸ਼ਬਦ ਦੀ ਥਾਂ ਤੇ ਕੁੜੀ ਸ਼ਬਦ ਆ ਗਿਆ। ਤਾਂ ਇਸ ਤੋਂ ਭਾਵ ਇਹ ਹੈ ਕਿ ਵਚਨ ਦੇ ਕਰਕੇ ਵੀ ਵਿਕਾਰ ਆਉਂਦਾ ਹੈ, ਲਿੰਗ ਦੇ ਕਰਕੇ ਵੀ ਵਿਕਾਰ ਆਉਂਦਾ ਹੈ। ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਕਾਰਕ ਸਥਿਤੀਆਂ ਦੇ ਵਿੱਚ ਦੇਖੀਏ, ਕਰਤਾ ਕਾਰਕ ਦੇ ਵਿੱਚ ਅਸੀਂ ਮੁੰਡਾ ਸ਼ਬਦ ਨੂੰ ਰੱਖ ਕੇ ਦੇਖੀਏ ਤਾਂ ਉੱਥੇ ਅਸੀਂ ਕਹਾਂਗੇ ਮੁੰਡੇ ਨੇ ਪੜ੍ਹਿਆ। ਨੇ ਜਿਹੜਾ ਸੰਬੰਧਕ ਹੈ ਉਹ ਕਰਤਾ ਕਾਰਕ ਦਾ ਪਛਾਣ ਚਿੰਨ੍ਹ ਹੈ। ਅੱਗੇ ਕਾਰਕਾਂ ਦੇ ਵਿੱਚ ਇਸ ਨੂੰ ਵਿਸਥਾਰ ਦੇ ਨਾਲ ਕਰਾਂਗੇ। ਮੁੰਡੇ ਸ਼ਬਦ ਇੱਥੇ ਆਇਆ ਹੈ ਤਾਂ ਇਹ ਇੱਕ ਵਚਨ ਰੂਪ ਦੇ ਵਿੱਚ, ਇੱਕ ਹੀ ਮੁੰਡੇ ਨੇ ਪੜ੍ਹਿਆ ਹੈ, ਪਰ ਫਿਰ ਵੀ ਸਾਨੂੰ ਮੁੰਡੇ ਸ਼ਬਦ ਲਿਖਣਾ ਪਿਆ। ਇੱਥੇ ਅਸੀਂ ਪੜ੍ਹ ਕੇ ਆਏ ਸੀ ਕਿ ਮੁੰਡੇ ਸ਼ਬਦ ਬਹੁਵਚਨ ਰੂਪ ਵਿੱਚ ਵਰਤਿਆ ਜਾਂਦਾ ਹੈ, ਪਰ ਇੱਥੇ ਮੁੰਡੇ ਨੇ ਪੜ੍ਹਿਆ ਇੱਕ ਵਚਨ ਰੂਪ ਦੇ ਲਈ ਵੀ ਸਾਨੂੰ ਮੁੰਡੇ ਲਿਖਣਾ ਪਿਆ। ਇਹ ਨੇ ਸੰਬੰਧਕ ਦਾ ਇਸ ਦੇ ਉੱਤੇ ਪ੍ਰਭਾਵ ਹੈ, ਕਿਉਂਕਿ ਇੱਕ ਵਚਨ ਰੂਪ ਦੇ ਵਿੱਚ ਵੀ ਸਾਨੂੰ ਮੁੰਡੇ ਸ਼ਬਦ ਵਰਤਣਾ ਪਿਆ। ਮੈਂ ਇਸ ਨੂੰ ਇਸੇ ਕਰਕੇ ਲਾਲ ਰੰਗ ਦੇ ਵਿੱਚ ਲਿਖਿਆ ਹੈ ਮੁੰਡੇ ਸ਼ਬਦ। ਇਸ ਦਾ ਮਤਲਬ ਇਹ ਹੈ ਕਿ ਕਾਰਕ ਦੇ ਕਾਰਨ ਵੀ ਨਾਮ ਸ਼ਬਦ ਮੁੰਡਾ ਦੇ ਉੱਤੇ ਪ੍ਰਭਾਵ ਪੈਂਦਾ ਹੈ। ਕਾਰਕ ਦੇ ਕਾਰਨ ਵੀ ਇਸ ਦੇ ਵਿੱਚ ਵਿਕਾਰ, ਦੋਸ਼, ਪਰਿਵਰਤਨ ਆਉਂਦਾ ਹੈ। ਇਸ ਤੋਂ ਇਲਾਵਾ ਕਈ ਸ਼ਬਦ ਸ਼੍ਰੇਣੀਆਂ ਦੇ ਵਿੱਚ ਪੁਰਖ ਅਤੇ ਕਾਲ ਦੇ ਕਾਰਨ ਵੀ ਵਿਕਾਰ ਆਉਂਦਾ ਹੈ, ਜਿਨ੍ਹਾਂ ਦੀ ਗੱਲ ਆਪਾਂ ਅੱਗੇ ਸਮੇਂ ਸਿਰ ਥਾਂ ਸਿਰ ਕਰਦੇ ਰਹਾਂਗੇ। ਤਾਂ ਇਸ ਸਾਰੀ ਵਿਚਾਰ ਚਰਚਾ ਦਾ ਸਾਰ ਇਹ ਹੈ ਕਿ ਜਿਨ੍ਹਾਂ ਸ਼ਬਦਾਂ ਦੇ ਵਿੱਚ ਵਚਨ, ਲਿੰਗ, ਕਾਰਕ, ਪੁਰਖ ਅਤੇ ਕਾਲ ਦੇ ਕਾਰਨ ਵਿਕਾਰ, ਦੋਸ਼, ਪਰਿਵਰਤਨ ਆਉਂਦਾ ਹੈ, ਉਹਨਾਂ ਨੂੰ ਅਸੀਂ ਵਿਕਾਰੀ ਸ਼ਬਦ ਕਹਿੰਦੇ ਹਾਂ। ਇਸ ਲਿਹਾਜ਼ ਤੋਂ ਨਾਮ ਸ਼ਬਦ, ਸੰਗਿਆ ਸ਼ਬਦ ਵਿਕਾਰੀ ਸ਼੍ਰੇਣੀ ਦੇ ਵਿੱਚ ਆਉਂਦੇ ਹਨ। ਭਾਵ ਇਹਨਾਂ ਦੇ ਵਿੱਚ ਵਚਨ, ਲਿੰਗ, ਕਾਰਕ, ਪੁਰਖ ਅਤੇ ਕਾਲ ਦੇ ਕਾਰਨ ਵਿਕਾਰ ਆਉਂਦਾ ਹੈ। ਆਮ ਨਾਮ ਅਤੇ ਖਾਸ ਨਾਮ ਦੀ ਤੁਲਨਾ ਕਰਦੇ ਹੋਏ ਅਸੀਂ ਇਹ ਪੜ੍ਹਿਆ ਸੀਗਾ ਕਿ ਕਈ ਵਾਰ ਖਾਸ ਨਾਮ ਹੈ ਜਿਹੜੇ ਉਹ ਆਮ ਨਾਮ ਦੀ ਤਰ੍ਹਾਂ ਤੇ ਵੀ ਵਰਤੇ ਜਾਂਦੇ ਹਨ, ਖਾਸ ਕਰਕੇ ਉਦੋਂ ਜਦੋਂ ਇਹਨਾਂ ਦਾ ਬਹੁਵਚਨ ਰੂਪ ਬਣਾਇਆ ਜਾਂਦਾ ਹੈ। ਇਹ ਗੱਲ ਉੱਥੇ ਭਲੀ ਭਾਂਤ ਕਹੀ ਗਈ ਸੀ ਕਿ ਖਾਸ ਨਾਮ ਦਾ ਬਹੁਵਚਨ ਨਹੀਂ ਬਣਦਾ, ਪਰ ਪ੍ਰਸੰਗ ਵਿਸ਼ੇਸ਼ ਦੇ ਅਨੁਸਾਰ ਬਣਾਇਆ ਜਾਂਦਾ ਹੈ ਤਾਂ ਉਹ ਆਮ ਨਾਮ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਆਪਾਂ ਜੈ ਚੰਦ ਨੂੰ ਜਾਣਦੇ ਹਾਂ, ਜੈ ਚੰਦ ਨੇ ਗਦਾਰੀ ਕੀਤੀ ਸੀਗੀ। ਜੈ ਚੰਦ ਅਗਰ ਆਪਾਂ ਸਿੱਧੇ ਰੂਪ ਦੇ ਵਿੱਚ ਕਹਿੰਦੇ ਹਾਂ ਤਾਂ ਉਹ ਖਾਸ ਨਾਮ ਹੈ। ਇੱਥੇ ਲਿਖਿਆ ਜੈ ਚੰਦਾਂ, ਜੈ ਚੰਦ ਦਾ ਬਹੁਵਚਨ ਰੂਪ ਬਣ ਗਿਆ। ਆਪਾਂ ਉੱਥੇ ਕਹਿ ਕੇ ਆਏ ਸੀ ਕਿ ਖਾਸ ਨਾਮ ਦਾ ਬਹੁਵਚਨ ਬਣਦਾ ਹੀ ਨਹੀਂ, ਪਰ ਜੇ ਬਣਦਾ ਹੈ ਪ੍ਰਸੰਗ ਵਿਸ਼ੇਸ਼ ਦੇ ਅਨੁਸਾਰ ਤਾਂ ਉਹ ਆਮ ਨਾਮ ਦੇ ਵਿੱਚ ਚਲਿਆ ਜਾਂਦਾ ਹੈ। ਅੱਜ ਕੱਲ੍ਹ ਜੈ ਚੰਦਾਂ ਦੀ ਕਮੀ ਨਹੀਂ, ਤਾਂ ਇੱਥੇ ਜੈ ਚੰਦ ਤੋਂ ਭਾਵ ਜੈ ਚੰਦ ਨਹੀਂ, ਜੈ ਚੰਦ ਦੇ ਜਿਹੜੇ ਲੱਖਣ ਸੀਗੇ, ਜਿਹੜਾ ਉਹਦਾ ਦੋਸ਼ ਸੀਗਾ ਚੁਗਲੀ ਕਰਨ ਦਾ, ਗਦਾਰੀ ਕਰਨ ਦਾ,
ਉਹ ਲਿਆ ਗਿਆ ਹੈ। ਇੱਥੇ ਬਹੁਵਚਨ ਬਣਿਆ ਹੈ ਜੈਚੰਦ ਦਾ ਜ਼ਰੂਰ, ਪਰ ਇੱਥੇ ਜੈਚੰਦ ਤੋਂ ਭਾਵ ਉਸ ਦਾ ਖਾਸ ਨਾਮ ਜੈਚੰਦ ਨਹੀਂ, ਗਦਾਰ ਲੋਕਾਂ ਤੋਂ ਹੈ। ਤਾਂ ਆਪਣੀ ਕਹੀ ਹੋਈ ਗੱਲ ਕਿ ਪ੍ਰਸੰਗ ਵਿਸ਼ੇਸ਼ ਦੇ ਅਨੁਸਾਰ ਉਸ ਦਾ ਬਹੁਵਚਨ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉਹ ਆਮ ਨਾਮ ਦੇ ਵਿੱਚ ਬਦਲ ਜਾਂਦਾ ਹੈ। ਤਾਂ ਇੱਥੇ ਜੈਚੰਦ ਜਿਹੜਾ ਨਾਮ ਜੈਚੰਦਾਂ ਸ਼ਬਦ ਆਇਆ ਹੈ ਉਹ ਆਮ ਨਾਮ ਹੈ। ਦੂਜਾ, ਜਦੋਂ ਖਾਸ ਨਾਮ ਨੂੰ ਰੂਪਕ ਅਲੰਕਾਰ ਦੇ ਵਜੋਂ ਵਰਤ ਲਿਆ ਜਾਂਦਾ ਹੈ, ਕਿਸੇ ਦਾ ਰੂਪ ਧਾਰਨ ਕਰ ਲੈਂਦਾ ਹੈ, ਤਾਂ ਉਦੋਂ ਵੀ ਇਹ ਖਾਸ ਨਾਮ ਨਹੀਂ ਰਹਿੰਦਾ। ਜਿਵੇਂ ਕਿ ਉਦਾਹਰਣ ਆਪਾਂ ਲਿਖਿਆ ਹੈ, ਉਹ ਤਾਂ ਕੁੰਭਕਰਨ ਹੈ। ਇੱਥੇ ਕੁੰਭਕਰਨ ਤੋਂ ਭਾਵ ਕੁੰਭਕਰਨ ਨਹੀਂ ਹੈ, ਕੁੰਭਕਰਨ ਦੇ ਸੌਣ ਵਾਲੇ ਗੁਣ ਤੋਂ ਹੈ, ਲਗਾਤਾਰ ਸੌਣ ਵਾਲੇ ਗੁਣ ਤੋਂ, ਲਗਾਤਾਰ ਸੌਣਾ। ਤਾਂ ਇੱਥੇ ਉਹ ਜਿਹੜਾ ਪੜਨਾਮ ਹੈ ਉਸ ਨੇ ਕੁੰਭਕਰਨ ਦਾ ਰੂਪ ਧਾਰਨ ਕੀਤਾ ਹੋਇਆ ਹੈ। ਇਹ ਰੂਪਕ ਅਲੰਕਾਰ ਦੇ ਵਿੱਚ ਅੱਗੇ ਸਮਝਾਂਗੇ ਕਿ ਰੂਪਕ ਅਲੰਕਾਰ ਕਿਵੇਂ ਬਣਦਾ ਹੈ। ਫਿਲਹਾਲ ਇੰਨਾ ਹੀ ਸਮਝਣਾ ਹੈ ਕਿ ਜਦੋਂ ਕਿਸੇ ਦੇ ਗੁਣਾਂ ਨੂੰ ਕੋਈ ਧਾਰਨ ਕਰਦਾ ਹੈ ਤਾਂ ਉਦੋਂ ਉਹ ਖਾਸ ਨਾਮ ਨਾ ਹੋ ਕੇ ਆਮ ਨਾਮ ਦੀ ਤਰ੍ਹਾਂ ਤੇ ਵਿਵਹਾਰ ਕਰਦਾ ਹੈ। ਜਿਵੇਂ ਇੱਥੇ ਉਹ ਤਾਂ ਕੁੰਭਕਰਨ ਹੈ, ਭਾਵ ਉਹ ਕੁੰਭਕਰਨ ਵਾਂਗ ਲਗਾਤਾਰ ਸੁੱਤਾ ਰਹਿੰਦਾ ਹੈ। ਤਾਂ ਇੱਥੇ ਕੁੰਭਕਰਨ ਤੋਂ ਭਾਵ ਕੁੰਭਕਰਨ ਨਹੀਂ ਹੈ, ਉਸਦੇ ਜੋ ਲੱਛਣ ਹਨ ਉਹਨਾਂ ਨੂੰ ਧਾਰਨ ਕਰਕੇ ਹੈ। ਤਾਂ ਇਹ ਵੀ ਖਾਸ ਨਾਮ ਹੁੰਦੇ ਹੋਏ ਵੀ ਆਮ ਨਾਮ ਦੇ ਵਿੱਚ ਬਦਲ ਗਿਆ ਹੈ। ਠੀਕ ਇਸੇ ਤਰ੍ਹਾਂ ਆਮ ਨਾਮ ਵੀ ਖਾਸ ਨਾਮ ਵਿੱਚ ਬਦਲ ਜਾਂਦੇ ਹਨ ਪ੍ਰਸੰਗ ਵਿਸ਼ੇਸ਼ ਦੇ ਵਿੱਚ। ਜਿਵੇਂ ਅਸੀਂ ਕਹਿੰਦੇ ਹਾਂ ਗਾਂਧੀ ਜੀ ਅਹਿੰਸਾ ਦੇ ਪੁਜਾਰੀ ਸਨ। ਹੁਣ ਗਾਂਧੀ ਤਾਂ ਇੱਕ ਜਾਤੀ ਵਿਸ਼ੇਸ਼ ਹੈ, ਵਰਗ ਵਿਸ਼ੇਸ਼ ਹੈ। ਕੋਈ ਵੀ ਗਾਂਧੀ ਹੈ ਜੋ ਗਾਂਧੀ ਪਰਿਵਾਰ ਦੇ ਵਿੱਚ ਪੈਦਾ ਹੋਇਆ, ਉਹ ਆਪਣਾ ਸਰਨੇਮ ਗਾਂਧੀ ਲਿਖਦਾ ਹੈ। ਗਾਂਧੀ ਕੋਈ ਵੀ ਹੋ ਸਕਦਾ ਹੈ, ਪਰ ਜਦੋਂ ਅਸੀਂ ਕਹਿੰਦੇ ਹਾਂ ਅਹਿੰਸਾ ਦੇ ਪੁਜਾਰੀ ਸਨ ਤਾਂ ਉਦੋਂ ਸਾਡਾ ਧਿਆਨ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਵੱਲ ਜਾਂਦਾ ਹੈ, ਮਹਾਤਮਾ ਗਾਂਧੀ ਵੱਲ ਜਾਂਦਾ ਹੈ। ਹੁਣ ਗਾਂਧੀ ਤਾਂ ਰੁਪਿੰਦਰ ਵੀ ਸੀ ਖੰਨੇ ਵਾਲਾ। ਜਦੋਂ ਅਸੀਂ ਗਾਂਧੀ ਜੀ ਅਹਿੰਸਾ ਦੇ ਪੁਜਾਰੀ ਸਨ ਇਹ ਕਹਿੰਦੇ ਹਾਂ ਤਾਂ ਇਸ ਦਾ ਭਾਵ ਰੁਪਿੰਦਰ ਗਾਂਧੀ ਬਿਲਕੁਲ ਨਹੀਂ, ਕਿਉਂਕਿ ਉਹ ਰੁਪਿੰਦਰ ਗਾਂਧੀ ਤਾਂ ਅਹਿੰਸਾ ਦਾ ਪੁਜਾਰੀ ਸੀਗਾ। ਤਾਂ ਕੋਈ ਇਹੋ ਜਿਹਾ ਵਰਗ ਸ਼ਬਦ ਜਦੋਂ ਕਿਸੇ ਵਿਸ਼ੇਸ਼ ਪ੍ਰਸੰਗ ਦੇ ਨਾਲ ਜੁੜ ਜਾਂਦਾ ਹੈ ਤਾਂ ਉਸ ਦੀ ਵਰਤੋਂ ਆਮ ਨਾਮ ਦੀ ਤਰ੍ਹਾਂ ਨਾ ਹੋ ਕੇ ਖਾਸ ਨਾਮ ਦੀ ਤਰ੍ਹਾਂ ਤੇ ਹੋਣ ਲੱਗਦੀ ਹੈ। ਜਿਵੇਂ ਗਾਂਧੀ ਜੀ ਸ਼ਬਦ ਅਹਿੰਸਾ ਦੇ ਪੁਜਾਰੀ ਦੇ ਕਾਰਨ ਇੱਥੇ ਸਿਰਫ ਮਹਾਤਮਾ ਗਾਂਧੀ ਦੇ ਲਈ ਹੀ ਵਰਤਿਆ ਗਿਆ ਹੈ। ਇਸੇ ਤਰੀਕੇ ਨਾਲ ਜਦੋਂ ਅਸੀਂ ਕਹਿੰਦੇ ਹਾਂ ਕਿ ਨੇਤਾ ਜੀ ਨੇ ਕਿਹਾ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ਹੁਣ ਨੇਤਾ ਕੋਈ ਵੀ ਹੋ ਸਕਦਾ ਹੈ, ਪਰ ਜਿਹੜਾ ਇਹ ਨਾਅਰਾ ਹੈ ਇਹ ਸੁਭਾਸ਼ ਚੰਦਰ ਬੋਸ ਨੇ ਦਿੱਤਾ ਸੀ। ਤਾਂ ਇਹ ਨੇਤਾ ਸ਼ਬਦ ਕਿਹਦੇ ਵੱਲ ਸੰਕੇਤ ਕਰ ਰਿਹਾ ਹੈ? ਸੁਭਾਸ਼ ਚੰਦਰ ਬੋਸ ਵੱਲ ਕਰ ਰਿਹਾ ਹੈ। ਤਾਂ ਇਹ ਵੀ ਆਮ ਨਾਮ ਹੁੰਦੇ ਹੋਏ ਵੀ ਖਾਸ ਨਾਮ ਦੇ ਵਿੱਚ ਬਦਲ ਗਿਆ ਹੈ। ਤਾਂ ਅਸੀਂ ਦੋਵਾਂ ਤਰ੍ਹਾਂ ਦੇ ਉਦਾਹਰਨ ਪੜ੍ਹ ਲਏ ਹਨ ਕਿ ਖਾਸ ਨਾਮ ਕਿਵੇਂ ਆਮ ਨਾਮ ਦੇ ਵਿੱਚ ਬਦਲ ਜਾਂਦੇ ਹਨ, ਆਮ ਨਾਮ ਕਿਵੇਂ ਖਾਸ ਨਾਮ ਦੇ ਵਿੱਚ ਬਦਲ ਜਾਂਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ। ਇੱਕ ਪ੍ਰਸ਼ਨ ਆਇਆ ਸੀ, ਸੁੰਦਰਤਾ ਕਿਸ ਪ੍ਰਕਾਰ ਦਾ ਨਾਮ ਹੈ? ਤਾਂ ਸੁੰਦਰਤਾ ਭਾਵਵਾਚਕ ਨਾਮ ਹੈ, ਕਿਉਂਕਿ ਸੁੰਦਰਤਾ ਦਾ ਨਾਂ ਤਾਂ ਕੋਈ ਨਾਪ ਤੋਲ ਹੈ। ਕੋਈ ਕਿਸ ਨੂੰ ਸੁੰਦਰ ਮੰਨਦਾ ਹੈ, ਕੋਈ ਕਿਸ ਨੂੰ ਸੁੰਦਰ ਮੰਨਦਾ ਹੈ, ਨਾ ਇਸ ਦਾ ਕੋਈ ਨਾਪ ਤੋਲ ਹੈ। ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਇੱਕ ਪ੍ਰਸ਼ਨ ਜਿਹੜਾ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਭੇਡਾਂ ਕਿਸ ਪ੍ਰਕਾਰ ਦਾ ਨਾਮ ਹੈ। ਹਾਲਾਂਕਿ ਇਸ ਨੂੰ ਇਕੱਠਵਾਚਕ ਨਾਮ ਮੰਨ ਲਿਆ ਗਿਆ ਸੀ, ਪਰ ਇਸ ਦਾ ਇੱਕ ਵਚਨ ਰੂਪ ਹੈ ਜਿਹੜਾ ਭੇਡ, ਉਹ ਸਮੂਹ ਦਾ ਬੋਧ ਨਹੀਂ ਕਰਵਾਉਂਦਾ। ਭੇਡਾਂ ਸ਼ਬਦ ਕਿਸੇ ਨੂੰ ਲੱਗਦਾ ਹੋਵੇ ਵੀ ਸਮੂਹ ਦਾ ਬੋਧ ਕਰਵਾਉਂਦਾ ਹੈ, ਠੀਕ ਹੈ, ਮੰਨ ਸਕਦੇ ਹਾਂ। ਪਰ ਜਦੋਂ ਅਸੀਂ ਇਸ ਨੂੰ ਇੱਕ ਵਚਨ ਰੂਪ ਦੇ ਵਿੱਚ ਵਰਤਦੇ ਹਾਂ ਭੇਡ, ਤਾਂ ਉਦੋਂ ਇਹ ਸਮੂਹ ਦਾ ਬੋਧ ਨਹੀਂ ਕਰਵਾਉਂਦਾ। ਠੀਕ ਇਸ ਦੇ ਉਲਟ ਆਪਾਂ ਇੱਕ ਸ਼ਬਦ ਲਈਏ ਇੱਜੜ, ਇਹ ਆਪਣੇ ਇੱਕ ਵਚਨ ਰੂਪ ਦੇ ਵਿੱਚ ਵੀ ਸਮੂਹ ਦਾ ਬੋਧ ਕਰਵਾ ਰਿਹਾ ਹੈ। ਇੱਜੜਾਂ ਸ਼ਬਦ ਵੀ ਵਰਤ ਸਕਦੇ ਹਾਂ ਬਹੁਵਚਨ ਰੂਪ ਦੇ ਵਿੱਚ, ਪਰ ਜਦੋਂ ਅਸੀਂ ਸਿਰਫ ਇੱਜੜ ਵੀ ਕਹਿੰਦੇ ਹਾਂ ਤਾਂ ਵੀ ਉਹ ਸਮੂਹ ਦਾ ਬੋਧ ਕਰਵਾਉਂਦਾ ਹੈ। ਇੱਥੇ ਭੇਡ ਸ਼ਬਦ ਕਹਿਣ 'ਤੇ
ਸਮੂਹ ਦਾ ਬੋਧ ਨਹੀਂ ਕਰਵਾਉਂਦਾ। ਇਹ ਜਾਤੀਵਾਚਕ ਨਾਮ ਹੈ। ਇਹ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਉਦਾਹਰਨ ਮੈਂ ਤੁਹਾਨੂੰ ਕਰਵਾ ਰਿਹਾ ਹਾਂ। ਇੱਕ ਪ੍ਰਸ਼ਨ ਸੀ, ਮੋਹਨ ਲਾਲ ਨਾਮ ਕਿਹੜੇ ਪ੍ਰਕਾਰ ਦਾ ਨਾਮ ਹੈ? ਤਾਂ ਮੋਹਨ ਲਾਲ ਕਿਸੇ ਖਾਸ ਨਾਮ ਵੱਲ ਸੰਕੇਤ ਕਰ ਰਿਹਾ ਹੈ। ਖਾਸ ਨਾਮ ਹੈ ਮੋਹਨ ਲਾਲ। ਅਧਿਆਪਕ ਪੜ੍ਹਾ ਰਿਹਾ ਹੈ। ਲਕੀਰਾ ਸ਼ਬਦ ਕਿਹੜੇ ਪ੍ਰਕਾਰ ਦਾ ਨਾਮ ਹੈ? ਇੱਕ ਤਾਂ ਇਸ ਉਦਾਹਰਨ ਦੇ ਵਿੱਚੋਂ ਜਿਹੜੀ ਸਮਝਣ ਵਾਲੀ ਗੱਲ ਇਹ ਹੈ ਕਿ ਕਈ ਵਾਰ ਅੰਡਰਲਾਈਨ ਕਰਕੇ ਸਵਾਲ ਪੁੱਛਿਆ ਜਾਂਦਾ ਹੈ, ਤਾਂ ਉਸ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਲਕੀਰਿਆ, ਜਿਸ ਦੇ ਥੱਲੇ ਲਾਈਨ ਲੱਗੀ ਹੋਈ ਹੈ। ਇਹ ਗੱਲ ਸਮਝ ਲੈਣੀ ਹੈ ਪਹਿਲਾਂ ਤਾਂ। ਅਧਿਆਪਕ ਕੋਈ ਵੀ ਹੋ ਸਕਦਾ ਹੈ। ਵਰਗ ਵਿਸ਼ੇਸ਼ ਵੱਲ ਸੰਕੇਤ ਕਰ ਰਿਹਾ ਹੈ, ਜਾਤੀ ਵੱਲ ਸੰਕੇਤ ਕਰ ਰਿਹਾ ਹੈ, ਤਾਂ ਅਧਿਆਪਕ ਜਾਤੀਵਾਚਕ ਨਾਮ ਹੈ। ਅਗਲਾ ਪ੍ਰਸ਼ਨ ਹੈ, ਮਨੁੱਖ ਟੁੱਟ ਰਿਹਾ ਹੈ। ਵਾਕ ਵਿੱਚ ਆਏ ਸ਼ਬਦ ਮਨੁੱਖ ਤੋਂ ਬਣਨ ਵਾਲਾ ਭਾਵਵਾਚਕ ਨਾਮ। ਹੁਣ ਇੱਥੇ ਬਹੁਤੇ ਸ਼ਬਦ ਵਿਦਿਆਰਥੀ ਭੁਲੇਖਾ ਖਾ ਜਾਂਦੇ ਹੈ, ਜਾਂ ਤਾਂ ਉਹ ਲਿੰਗ ਬਦਲੀ ਕਰ ਦਿੰਦੇ ਆ ਜਾਂ ਵਚਨ ਬਦਲੀ ਕਰ ਦਿੰਦੇ ਆ, ਜਦੋਂ ਕਿ ਉਹ ਨਾਮ ਹੀ ਪੁੱਛ ਰਿਹਾ ਹੈ, ਭਾਵਵਾਚਕ ਨਾਮ। ਮਨੁੱਖ ਸ਼ਬਦ ਆਮ ਨਾਮ ਹੈ, ਉਸ ਦਾ ਭਾਵਵਾਚਕ ਨਾਮ ਬਣਾਉਣਾ ਹੈ, ਤਾਂ ਇਸ ਤੋਂ ਭਾਵਵਾਚਕ ਨਾਮ ਜਿਹੜਾ ਬਣੇਗਾ ਉਹ ਮਨੁੱਖਤਾ ਹੋਵੇਗਾ। ਹੇਠ ਲਿਖਿਆਂ ਵਿੱਚੋਂ ਨਾਮ ਸ਼ਬਦ ਨਹੀਂ ਹੈ। ਇਹ ਕਿਸੇ ਪ੍ਰੀਖਿਆ ਦੇ ਵਿੱਚ ਆਇਆ ਹੋਇਆ ਸਵਾਲ ਹੈ। ਮਜ਼ਦੂਰ ਵੀ ਨਾਮ ਹੈ, ਕਿਸਾਨੀ ਵੀ ਨਾਮ ਹੈ, ਕਿਸਾਨ ਵੀ ਨਾਮ ਹੈ, ਪੰਜਾਬ ਵੀ ਨਾਮ ਹੈ। ਇਸ ਦੇ ਸਾਰੇ ਜਿਹੜੇ ਵਿਕਲਪ ਹਨ ਉਹ ਸਾਰੇ ਹੀ ਨਾਮ ਹਨ। ਹੁਣ ਬਹੁਤੇ ਵਿਦਿਆਰਥੀਆਂ ਨੇ ਇਹਨਾਂ ਦੇ ਵਿੱਚੋਂ ਕਿਸਾਨੀ ਨੂੰ ਟਿਕ ਕਰਤਾ ਹੋਊਗਾ, ਕਿਉਂਕਿ ਮਜ਼ਦੂਰ, ਕਿਸਾਨ, ਪੰਜਾਬ ਇਹ ਉਹਨਾਂ ਨੂੰ ਨਾਮ ਸ਼ਬਦ ਲੱਗੇ ਹੋਣੇ ਹਨ ਅਤੇ ਕਿਸਾਨੀ ਉਹਨਾਂ ਨੂੰ ਲੱਗਿਆ ਨਹੀਂ ਹੋਣਾ, ਅਤੇ ਜਦੋਂ ਕਿ ਕਿਸਾਨੀ ਸ਼ਬਦ ਵੀ ਨਾਮ ਹੀ ਹੈ। ਇਹਨਾਂ ਦੇ ਵਿੱਚੋਂ ਆਪਾਂ ਇਹ ਮੰਨ ਸਕਦੇ ਹਾਂ ਕਿ ਕੋਈ ਵੀ ਵਿਕਲਪ ਇਹੋ ਜਿਹਾ ਹੈ ਨਹੀਂ ਜਿਹੜਾ ਨਾਮ ਸ਼ਬਦ ਨਹੀਂ ਹੈ। ਇੱਕ ਉਦਾਹਰਨ, ਕੁੜੱਤਨ ਨਾਮ ਦੀ ਸ਼੍ਰੇਣੀ ਪੁੱਛਿਆ ਗਿਆ ਸੀ ਕਿਸੇ ਪ੍ਰੀਖਿਆ ਦੇ ਵਿੱਚ, ਤਾਂ ਕੁੜੱਤਨ ਦਾ ਮਤਲਬ ਹੈ ਕੌੜਾਪਨ। ਬਹੁਤੇ ਵਿਦਿਆਰਥੀ ਜੋ ਪੰਜਾਬੀ ਫੈਮਿਲੀ ਤੋਂ ਰਿਲੇਟਡ ਨਹੀਂ ਹਨ, ਉਹਨਾਂ ਨੂੰ ਇਹ ਸਮਝ ਨਹੀਂ ਆਇਆ ਹੋਣਾ, ਉਹਨਾਂ ਨੇ ਇਸ ਦਾ ਸਹੀ ਉਚਾਰਨ ਵੀ ਨਹੀਂ ਕਰ ਪਾਏ। ਤਾਂ ਇਸ ਪ੍ਰਕਾਰ ਦੇ ਕਈ ਸ਼ਬਦ ਹੋ ਸਕਦੇ ਆ ਕਿ ਜੋ ਪੰਜਾਬੀ ਪਰਿਵਾਰਾਂ ਤੋਂ ਨਹੀਂ ਹਨ, ਉਹਨਾਂ ਨੂੰ ਨਹੀਂ ਸਮਝ ਆਉਂਦੇ। ਤਾਂ ਇਹ ਤਾਂ ਸਮਝ ਉਦੋਂ ਹੀ ਬਣਨੀ ਹੈ ਜਦੋਂ ਅਸੀਂ ਇਹਨਾਂ ਨੂੰ ਵਿਹਾਰਿਕ ਰੂਪ ਤੋਂ ਪ੍ਰਯੋਗ ਕਰਾਂਗੇ। ਤਾਂ ਕੁੜੱਤਨ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ, ਇਸ ਦਾ ਕੋਈ ਨਾਪ ਤੋਲ ਨਹੀਂ ਹੈ। ਤਾਂ ਜਿਨ੍ਹਾਂ ਚੀਜ਼ਾਂ ਨੂੰ ਸਿਰਫ ਅਸੀਂ ਮਹਿਸੂਸ ਹੀ ਕਰ ਸਕਦੇ ਹਾਂ, ਜਿਹੜੇ ਭਾਵ ਹੁੰਦੇ ਹਨ, ਉਹਨਾਂ ਨੂੰ ਅਸੀਂ ਭਾਵਵਾਚਕ ਨਾਮ ਕਹਿੰਦੇ ਹਾਂ। ਹੁਣ ਅਸੀਂ ਫਿਰ ਸ਼ੁਰੂਆਤ 'ਚ ਜਿਹੜੀ ਗੱਲ ਕੀਤੀ ਸੀ, ਆਮ ਨਾਮ, ਖਾਸ ਨਾਮ ਤੇ ਭਾਵਵਾਚਕ ਨਾਮ, ਤਿੰਨ ਭੇਦਾਂ ਦੀ, ਉਸ ਤੋਂ ਬਾਅਦ ਵਸਤੂਵਾਚਕ ਤੇ ਇਕੱਠਵਾਚਕ ਨਾਮ ਨੂੰ ਅਸੀਂ ਆਮ ਨਾਮ ਦੇ ਹੀ ਦੋ ਉਪਭੇਦ ਮੰਨਿਆ ਸੀ। ਆਪਣੇ ਲਈ ਸਿੱਧਾ ਸਵਾਲ ਇਹ ਹੈ ਕਿ ਨਾਮ ਦੇ ਭੇਦ 5 ਹੀ ਹਨ, ਪਰ ਵਸਤੂਵਾਚਕ ਤੇ ਇਕੱਠਵਾਚਕ ਨਾਮ ਨੂੰ ਅਸੀਂ ਆਮ ਨਾਮ ਦਾ ਉਪਭੇਦ ਕਿਉਂ ਕਹਿੰਦੇ ਹਾਂ? ਅਸੀਂ ਦੋ ਉਦਾਹਰਨ ਲੈਂਦੇ ਹਾਂ, ਇੱਕ ਵਸਤੂਵਾਚਕ ਦਾ, ਇੱਕ ਇਕੱਠਵਾਚਕ ਦਾ। ਵਸਤੂਵਾਚਕ ਨਾਮ ਦਾ ਜਿਵੇਂ ਉਦਾਹਰਨ ਲਈਏ ਅਸੀਂ ਤੇਲ, ਤਾਂ ਕੋਈ ਵੀ ਤੇਲ ਹੋ ਸਕਦਾ, ਉਹ ਇਸ ਦਾ ਮਾਪ ਤਾਂ ਹੁੰਦਾ ਹੀ ਹੁੰਦਾ ਹੈ, ਇਸ ਲਿਹਾਜ਼ ਤੋਂ ਇਹ ਵਸਤੂਵਾਚਕ ਹੈ। ਪਰ ਉਹ ਕੋਈ ਵੀ ਤੇਲ ਹੋ ਸਕਦਾ ਹੈ, ਕਿਸੇ ਵੀ ਤੇਲ ਨੂੰ ਅਸੀਂ ਤੇਲ ਕਹਿ ਸਕਦੇ ਹਾਂ। ਤਾਂ ਇੱਕ ਜਾਤੀ ਵਰਗ ਅਤੇ ਉਸ ਜਾਤੀ ਵਰਗ ਦੇ ਹਰ ਇੱਕ ਮੈਂਬਰ ਲਈ ਵਰਤਿਆ ਜਾਣ ਵਾਲਾ ਸ਼ਬਦ ਆਮ ਨਾਮ ਹੁੰਦਾ ਹੈ। ਤਾਂ ਇਸ ਲਿਹਾਜ਼ ਤੋਂ ਤੇਲ ਸ਼ਬਦ ਆਮ ਨਾਮ ਵੀ ਹੈ। ਇੱਕ ਗੱਲ ਅਸੀਂ ਸ਼ੁਰੂਆਤ ਦੇ ਵਿੱਚ ਇਹ ਵੀ ਕਹੀ ਸੀ ਕਿ ਵਸਤੂਵਾਚਕ ਨਾਮ ਤੇ ਇਕੱਠਵਾਚਕ ਨਾਮ ਆਪਣੇ ਮੁੱਢਲੇ ਰੂਪ ਵਿੱਚ ਆਮ ਨਾਮ ਹੀ ਹੁੰਦੇ ਹਨ, ਇਸ ਲਈ ਇਹਨਾਂ ਦੇ ਉਪਭੇਦ ਮੰਨਿਆ ਗਿਆ ਹੈ। ਸਾਡੇ ਲਈ ਸਿੱਧਾ ਸਵਾਲ ਤਾਂ ਇਹੀ ਹੈ ਕਿ ਨਾਮ ਦੇ ਭੇਦ ਤਾਂ 5 ਹੀ ਹਨ, ਪਰ ਜੇ ਉੱਥੇ ਸਾਡੇ ਲਈ ਸਵਾਲ ਹੋਵੇ ਕਿ ਤੇਲ ਕਿਹੜੇ ਪ੍ਰਕਾਰ ਦਾ ਨਾਮ ਹੈ, ਉੱਥੇ ਵਸਤੂਵਾਚਕ ਨਾਮ ਦਾ ਵਿਕਲਪ ਨਹੀਂ ਹੈ, ਆਮ ਨਾਮ ਦਾ ਵਿਕਲਪ ਹੈ, ਤਾਂ ਸਾਡੇ ਲਈ ਆਮ ਨਾਮ ਵਾਲਾ ਵਿਕਲਪ ਸਹੀ ਹੋਏਗਾ। ਇਸੇ ਤਰੀਕੇ ਨਾਲ ਅਸੀਂ ਇੱਕ ਉਦਾਹਰਨ ਇਕੱਠਵਾਚਕ ਨਾਮ ਦਾ ਲਈਏ, ਭੀੜਾਂ ਕਹਿ ਦਈਏ, ਭੀੜ ਕਹਿ ਦਈਏ, ਤਾਂ ਇਹ ਵੀ ਆਪਣੇ ਮੁੱਢਲੇ ਰੂਪ ਵਿੱਚ ਆਮ ਨਾਮ ਹੀ ਹੈ, ਕਿਉਂਕਿ ਇਸ ਦਾ ਵੀ ਬਹੁਵਚਨ ਰੂਪ ਬਣਾਇਆ ਜਾ ਸਕਦਾ ਹੈ। ਜਦੋਂ ਸਾਡੇ ਲਈ ਸਵਾਲ ਇਹ ਹੋਵੇ ਕਿ ਭੀੜ ਜਾਂ ਭੀੜਾਂ ਕਿਹੜੇ ਪ੍ਰਕਾਰ ਦਾ ਨਾਮ ਹੈ, ਉੱਥੇ ਇਕੱਠਵਾਚਕ ਨਾਮ
ਦਾ ਵਿਕਲਪ ਨਾ ਹੋਵੇ, ਆਮ ਨਾਮ ਦਾ ਵਿਕਲਪ ਹੋਵੇ, ਤਾਂ ਉੱਥੇ ਅਸੀਂ ਆਮ ਨਾਮ ਵਾਲਾ ਵਿਕਲਪ ਚੁਣ ਕੇ ਆਪਣਾ ਸਵਾਲ ਸਹੀ ਕਰ ਸਕਦੇ ਹਾਂ। ਨਾਮ ਦੇ ਬਾਰੇ ਵਿਸ਼ੇਸ਼ ਤੱਥਾਂ ਦੀ ਅਗਰ ਗੱਲ ਕਰੀਏ ਤਾਂ ਨਾਮ ਸ਼ਬਦ ਖੁੱਲੀ ਸ਼੍ਰੇਣੀ ਅਸੀਮਿਤ ਸ਼੍ਰੇਣੀ ਤੋਂ ਸੰਬੰਧ ਰੱਖਦੇ ਹਨ। ਖੁੱਲੀ ਸ਼੍ਰੇਣੀ ਤੋਂ ਭਾਵ ਇਹ ਹੈ ਕਿ ਕੁਝ ਨਾਮ ਸ਼ਬਦ ਇਸ ਸ਼੍ਰੇਣੀ 'ਚੋਂ ਨਿਕਲਦੇ ਰਹਿੰਦੇ ਹਨ, ਜੋ ਪੁਰਾਣੇ ਹੁੰਦੇ ਰਹਿੰਦੇ ਹਨ, ਜੋ ਨਵੇਂ ਆਉਂਦੇ ਰਹਿੰਦੇ ਹਨ, ਉਹ ਇਸ ਦੇ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਨ। ਇਹ ਸ਼੍ਰੇਣੀ ਖੁੱਲੀ ਹੈ। ਇਸ 'ਚੋਂ ਕੁਝ ਸ਼ਬਦ ਲੋੜ ਅਨੁਸਾਰ ਜਿਨ੍ਹਾਂ ਦੀ ਵਰਤੋਂ ਘਟ ਜਾਂਦੀ ਹੈ, ਉਹ ਆਪਣੇ ਆਪ ਇਸ 'ਚੋਂ ਦੂਰ ਹੁੰਦੇ ਰਹਿੰਦੇ ਹਨ, ਅਤੇ ਨਵੇਂ ਸ਼ਬਦ ਜਿਨ੍ਹਾਂ ਦੀ ਲੋੜ ਪੈਂਦੀ ਰਹਿੰਦੀ ਹੈ ਉਹ ਇਸ ਦੇ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਹਨ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਖੇਤੀ ਸੀ ਉਹ ਪਸ਼ੂਆਂ ਅਤੇ ਪਸ਼ੂਆਂ ਦੇ ਸੰਦਾਂ ਦੇ ਨਾਲ ਸੰਬੰਧਿਤ ਸੀ, ਤਾਂ ਉਹ ਨਾਮ ਸ਼ਬਦ ਵਰਤੇ ਜਾਂਦੇ ਸੀ। ਅੱਜ ਕੱਲ੍ਹ ਉਹ ਬਿਲਕੁਲ ਲੋਪ ਹੋ ਰਹੇ ਹਨ, ਹੁਣ ਨਵੇਂ ਸ਼ਬਦ ਆ ਰਹੇ ਹਨ। ਪੁਰਾਣੇ ਸਮਿਆਂ ਦੇ ਵਿੱਚ ਖੂਹ ਸ਼ਬਦ ਵਰਤਿਆ ਜਾਂਦਾ ਸੀਗਾ, ਤਾਂ ਹੁਣ ਖੂਹ ਦੀ ਇੰਨੀ ਜ਼ਿਆਦਾ ਵਰਤੋਂ ਨਹੀਂ ਰਹੀ ਬਹੁਤੀਆਂ ਥਾਵਾਂ 'ਤੇ। ਅੱਜ ਕੱਲ੍ਹ ਮੱਛੀ ਮੋਟਰ ਸ਼ਬਦ ਆ ਗਿਆ। ਤਾਂ ਇਹ ਖੁੱਲੀ ਸ਼ਬਦ ਸ਼੍ਰੇਣੀ ਹੈ। ਇਸ ਦੇ ਵਿੱਚ ਸ਼ਬਦ ਸ਼ਾਮਿਲ ਵੀ ਹੁੰਦੇ ਰਹਿੰਦੇ ਹਨ ਅਤੇ ਇਸ 'ਚੋਂ ਸ਼ਬਦ ਨਿਕਲਦੇ ਵੀ ਰਹਿੰਦੇ ਹਨ। ਇਹ ਨਾਮ ਸ਼ਬਦ ਵਿਕਾਰੀ ਹੁੰਦੇ ਹਨ, ਜਿਨ੍ਹਾਂ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਪਰਿਵਰਤਨ, ਦੋਸ਼, ਵਿਕਾਰ ਆਉਂਦਾ ਹੈ। ਇਹ ਅਸੀਂ ਪਰਿਵਰਤਨ, ਦੋਸ਼, ਵਿਕਾਰ, ਬਦਲਾਵ ਹੈ ਜਿਹੜਾ ਲਿੰਗ, ਵਚਨ, ਕਾਰਕ, ਪੁਰਖ ਅਤੇ ਕਾਲ ਦੇ ਕਾਰਨ ਆਉਂਦਾ ਹੈ, ਇਸ ਦੇ ਬਾਰੇ ਅਸੀਂ ਵਿਚਾਰ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ। ਨਾਮ ਸ਼ਬਦ ਨੂੰ ਪੜ੍ਹਨ ਲਈ ਸਾਡੇ ਲਈ ਕਿਹੜੀਆਂ ਕਿਤਾਬਾਂ ਸਹਾਇਕ ਹੋ ਸਕਦੀਆਂ ਹਨ? ਉਹਨਾਂ ਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤਾਂ ਸਾਡੇ ਲਈ ਆਧੁਨਿਕ ਪੰਜਾਬੀ ਵਿਆਕਰਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ। ਜੇ ਕਿਸੇ ਨੂੰ ਨਾ ਮਿਲੇ ਇਹ ਕਿਤਾਬ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਤੋਂ ਜਾ ਕੇ ਔਨਲਾਈਨ ਡਾਊਨਲੋਡ ਕੀਤੀ ਜਾ ਸਕਦੀ ਹੈ। ਦੂਜੀ ਜਿਹੜੀ ਕਿਤਾਬ ਸਾਡੇ ਲਈ ਸਭ ਤੋਂ ਉਪਯੋਗੀ ਹੈ ਉਹ ਕਾਲਜ ਪੰਜਾਬੀ ਵਿਆਕਰਨ ਹੈ, ਗਿਆਨੀ ਲਾਲ ਸਿੰਘ ਅਤੇ ਹਰਕੀਰ ਸਿੰਘ ਦੀ ਲਿਖੀ ਹੋਈ। ਇਹਨਾਂ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਪੰਜਾਬੀ ਵਿਆਕਰਨ ਦੁਨੀ ਚੰਦਰ ਦੁਆਰਾ ਲਿਖੀ ਹੋਈ ਵੀ ਪੜ੍ਹ ਸਕਦੇ ਹੋ। ਇਹ ਕਿਤਾਬਾਂ ਤੁਹਾਡੇ ਲਈ ਸਹਾਇਕ ਹੋਣਗੀਆਂ ਇਸ ਨਾਮ ਟੌਪਿਕ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ। ਪ੍ਰਤੀਯੋਗੀ ਪ੍ਰੀਖਿਆਵਾਂ ਤੋਂ ਸੰਬੰਧਿਤ ਕਿਤਾਬਾਂ ਖਰੀਦਣ ਲਈ ਅਤੇ ਵੱਧ ਤੋਂ ਵੱਧ ਡਿਸਕਾਊਂਟ 'ਤੇ ਕਿਤਾਬਾਂ ਖਰੀਦਣ ਲਈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਿੱਤਾ ਜਾਏਗਾ। ਤੁਸੀਂ ਉੱਥੋਂ ਕਿਤਾਬਾਂ ਖਰੀਦੋਗੇ ਤਾਂ ਤੁਹਾਡੇ ਲਈ ਬਹੁਤ ਸਸਤੀਆਂ ਪੈਣਗੀਆਂ। ਵੀਡੀਓ ਦੇ ਅਖੀਰ ਵਿੱਚ ਜਿਵੇਂ ਕਿ ਤੁਹਾਡੇ ਨਾਲ ਵਾਅਦਾ ਕੀਤਾ ਸੀ, ਸ਼ਬਦ ਜੋੜਾਂ ਤੋਂ ਇੱਕ ਨਿਯਮ। ਹਿੰਦੀ ਦੇ ਵਿੱਚ ਬਹੁਵਚਨ ਰੂਪ ਬਣਾਉਣ ਦੇ ਲਈ ਅਖੀਰ ਦੇ ਵਿੱਚ ਜਿਹੜੀ ਵਿਹਾਰੀ ਹੁੰਦੀ ਹੈ ਉਸਨੂੰ ਸਿਹਾਰੀ ਦੇ ਵਿੱਚ ਬਦਲਿਆ ਜਾਂਦਾ ਹੈ। ਜਿਵੇਂ ਉਦਾਹਰਨ ਦੇ ਲਈ ਤੁਸੀਂ ਮੁਰਗੀ ਸ਼ਬਦ ਦੇਖੋ, ਅਤੇ ਮੁਰਗੀ ਦਾ ਬਹੁਵਚਨ ਬਣਾਉਣ ਲਈ ਮੁਰਗੀਆਂ, ਜਿਹੜੀ ਵੱਡੀ ਦੀ ਮਾਤਰਾ ਸੀ ਉਸਨੂੰ ਛੋਟੀ 'ਚ ਬਦਲ ਕੇ ਅਤੇ ਫਿਰ ਜਾਂ ਸ਼ਬਦ ਜੋੜਿਆ ਗਿਆ ਹੈ। ਪੰਜਾਬੀ ਦੇ ਵਿੱਚ ਇਸ ਤਰੀਕੇ ਦੇ ਨਾਲ ਕਰਨਾ, ਜਿਵੇਂ ਤੁਸੀਂ ਦੇਖ ਰਹੇ ਹੋ, ਮੁਰਗੀ ਅਤੇ ਉਸ ਦੀ ਜਿਹੜੀ ਵਿਹਾਰੀ ਹੈ ਉਸਨੂੰ ਵਿਹਾਰੀ ਨੂੰ ਅਗਰ ਸਿਹਾਰੀ 'ਚ ਬਦਲ ਕੇ ਜਾਂ ਸ਼ਬਦ ਜੋੜਾਂਗੇ ਤਾਂ ਉਸਦਾ ਉਚਾਰਨ ਮੁਰਗਿਆਂ ਹੋ ਜਾਊਗਾ। ਇੱਥੇ ਵਚਨ ਬਦਲਣ ਦੇ ਨਾਲ ਨਾਲ ਇਸਤਰੀ ਲਿੰਗ ਸ਼ਬਦ ਪੁਲਿੰਗ ਬਣ ਗਿਆ ਹੈ, ਜੋ ਕਿ ਬਿਲਕੁਲ ਗਲਤ ਹੈ, ਕਿਉਂਕਿ ਪੰਜਾਬੀ ਦੇ ਵਿੱਚ ਆ ਤੋਂ ਪਹਿਲਾਂ ਅਗਰ ਈ ਭਾਵ ਸਿਹਾਰੀ ਦੀ ਮਾਤਰਾ ਹੈ ਤਾਂ ਉਸਦਾ ਉਚਾਰਨ ਏ ਹੁੰਦਾ ਹੈ। ਜਿਵੇਂ ਆਪਾਂ ਇਹ ਸ਼ਬਦ ਲਿਖਿਆ ਹੋਇਆ ਇੱਥੇ ਮੁਰਗੀ ਅਤੇ ਸਿਹਾਰੀ ਲਾ ਕੇ ਨਾਲ ਆ ਸ਼ਬਦ ਜੋੜਿਆ ਤਾਂ ਮੁਰਗਿਆਂ ਬਣ ਗਿਆ, ਨਾ ਕਿ ਮੁਰਗੀਆਂ। ਪੰਜਾਬੀ ਦੇ ਵਿੱਚ ਇਸ ਵਿਹਾਰੀ ਨੂੰ ਵਿਹਾਰੀ ਹੀ ਰਹਿਣ ਦਿੱਤਾ ਜਾਂਦਾ ਹੈ। ਜਿਵੇਂ ਅਖੀਰ 'ਚ ਤੁਸੀਂ ਦੇਖ ਰਹੇ ਹੋ ਮੁਰਗੀ, ਅਤੇ ਸਹੀ ਜਿਹੜੀ ਇਸ ਦੀ ਵਚਨ ਬਦਲੀ ਹੈ ਉਹ ਮੁਰਗੀਆਂ। ਇਸੇ ਤਰੀਕੇ ਨਾਲ ਕੁਰਸੀ ਤੋਂ ਕੁਰਸੀਆਂ, ਹੋਰ ਜਿਹੜੇ ਨਾਮ ਬਣਨਗੇ ਇਸ ਵਚਨ ਜਿਹੜੇ ਬਦਲੇ ਜਾਣਗੇ ਇਸੇ ਤਰੀਕੇ ਦੇ ਨਾਲ ਹੀ ਬਦਲੇ ਜਾਣਗੇ। ਕੁੜੀ ਤੋਂ ਕੁੜੀਆਂ, ਇਹ ਨਿਯਮ ਧਿਆਨ ਰੱਖਣਾ ਹੈ ਤਾਂ ਸ਼ਬਦ ਜੋੜਾਂ ਤੋਂ ਸੰਬੰਧਿਤ ਤੁਹਾਡੀ ਗਲਤੀ ਨਹੀਂ ਹੋਊਗੀ। ਅਖੀਰ ਦੇ ਵਿੱਚ ਹਾਸ ਰਸ ਕਵਿਤਾ ਜੋ ਅਧੂਰੀ ਰਹਿ ਗਈ ਸੀ। ਧਨੀ ਰਾਮ ਦੇ ਹੱਥ ਵਿੱਚ ਠੂਠਾ, ਵਿਦਿਆ ਦੇਵੀ ਲਾਵੇ ਗੂਠਾ, ਸ਼ੇਰ ਸਿਉਂ ਕੁੱਤੇ ਤੋਂ ਡਰਦਾ, ਬੱਗਾ ਕਾਲਾ ਧੰਦਾ ਕਰਦਾ, ਜਿਉਣ ਸਿਉਂ ਤਾਂ ਮਰਿਆ ਚਿਰਦਾ, ਆਸਾ ਸਿੰਘ ਨਿਰਾਸਾ ਫਿਰਦਾ, ਸੰਤੋਖ ਜਿਹਾ ਨਾ ਪਿੰਡ ਵਿੱਚ ਲੋਭੀ, ਨੂਰਾਂ ਹੈ ਹਨੇਰੇ ਵਿੱਚ ਡੋਬੀ, ਪਿੱਪਲ ਸਿਉਂ ਦੇ ਸਿਰ 'ਤੇ ਛਾਂ ਨਾ, ਲੱਖੇ ਸ਼ਾਹ ਦੇ ਪੱਲੇ ਜੂੰ ਨਾ,
ਹਿੰਮਤ ਸਿਉ ਨਾ ਹੱਥ ਲਾਵੇ, ਸ਼ਾਂਤੀ ਦੇਵੀ ਖੌਰੂ ਪਾਵੇ। ਇਸ ਪੂਰੇ ਵੀਡੀਓ ਦੀ PDF ਪ੍ਰਾਪਤ ਕਰਨ ਲਈ ਹੇਠ ਦਿੱਤੇ ਨੰਬਰਾਂ 'ਤੇ ਮੈਸੇਜ ਕਰ ਸਕਦੇ ਹੋ। ਆਪ